हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਚੈਪਟਰ ਦਾ ਗੈਂਬਲਿੰਗ ਮੈਚ, ਜਿਸ ਨੂੰ ਕਿ ਮਾਰਜੋਰੀ ਸਾਈਕਸ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਸਟੂਡੈਂਟਸ, ਇਸ ਚੈਪਟਰ ਦੀ ਸੀਰੀਜ਼ ਦਾ ਇਹ ਸਾਡਾ ਪਹਿਲਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਇੰਗਲਿਸ਼ ਇਲੈਕਟਿਵ ਦੇ ਸਿਲੇਬਸ ਦੇ ਪਹਿਲੇ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਚੈਪਟਰ ਆਲਰੇਡੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸ ਚੈਪਟਰ ਦੇ ਮੈਂ 3 ਵੀਡੀਓਜ਼ ਬਣਾਏ ਨੇ, ਜਿਸ ਦੇ ਪਹਿਲੇ 2 ਵੀਡੀਓਜ਼ ਦੇ ਵਿੱਚ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਸ਼ਾਮਿਲ ਹੈ, ਅਤੇ ਤੀਸਰੇ ਚੈਪਟਰ ਦੇ ਵਿੱਚ ਮੈਂ ਇਸ ਚੈਪਟਰ ਦੀਆਂ ਕੁਐਸਚਨ ਆਨਸਰਸ ਜਾਂ ਐਕਸਰਸਾਈਜ਼ਸ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ। ਉਮੀਦ ਹੈ ਬੱਚਿਓ ਕਿ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਲਾ ਚੈਪਟਰ ਵੀ ਜ਼ਰੂਰ ਤੁਸੀਂ ਦੇਖਿਆ ਹੋਏਗਾ, ਉਹਨਾਂ ਦੇ ਵੀਡੀਓ ਸਾਰੇ ਦੇਖੇ ਹੋਣਗੇ। ਜੇਕਰ ਤੁਸੀਂ ਵੀਡੀਓਜ਼ ਨਹੀਂ ਦੇਖੇ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਇੰਗਲਿਸ਼ ਇਲੈਕਟਿਵ ਕਲਾਸ ਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਟੂਡੈਂਟਸ, ਆਪਾਂ ਅੱਜ ਆਪਣਾ ਨੈਕਸਟ ਚੈਪਟਰ ਸ਼ੁਰੂ ਕਰ ਰਹੇ ਹਾਂ। ਇਹ ਹੈ ਦਾ ਗੈਂਬਲਿੰਗ ਮੈਚ। ਦਾ ਗੈਂਬਲਿੰਗ ਮੈਚ ਇਹ ਤੁਹਾਡਾ ਦਾ ਲਿਟਰੇਰੀ ਪੈਟਲਸ ਦਾ ਚੈਪਟਰ ਹੈ। ਆਪਾਂ ਪਹਿਲਾਂ ਵੀ ਇਸ ਦੇ ਚੈਪਟਰ ਕਰ ਚੁੱਕੇ, ਇਹ ਨੈਕਸਟ ਚੈਪਟਰ ਹੈ ਉਸ ਤੋਂ। ਇਹ ਆਪਣੇ ਵੈਸੇ ਇਹ ਵਾਰੀ ਜਿਹੜਾ ਸਿਲੇਬਸ ਹੈ ਇਹ ਉਸਦਾ ਲਾਸਟ ਚੈਪਟਰ ਹੈ, ਬਾਕੀ ਸਾਰੀਆਂ ਪੋਇਮਸ ਹੈ। ਗੈਂਬਲਿੰਗ ਦਾ ਮਤਲਬ ਬੇਟਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਗੈਂਬਲ ਤੋਂ ਬਣਿਆ। ਗੈਂਬਲ ਦਾ ਮਤਲਬ ਹੁੰਦਾ ਜੂਆ, ਤਾਂ ਜੂਏ ਨੂੰ ਆਪਾਂ ਗੈਂਬਲ ਕਹਿੰਦੇ ਹਾਂ। ਤਾਂ ਮੈਚ ਦਾ ਮਤਲਬ ਕੋਈ ਮੈਚ, ਜਿਵੇਂ ਹਾਕੀ ਦਾ ਮੈਚ ਹੁੰਦਾ ਹੈ ਜਾਂ ਕ੍ਰਿਕਟ ਦਾ ਮੈਚ ਹੁੰਦਾ ਹੈ, ਉਸ ਤਰ੍ਹਾਂ ਜੂਏ ਵਾਲਾ ਮੈਚ ਗੈਂਬਲ ਤੋਂ ਗੈਂਬਲਿੰਗ ਬਣ ਗਿਆ। ਤੇ ਕਿਹੜੇ ਜੂਏ ਵਾਲੇ ਮੈਚ ਦੀ ਗੱਲ ਹੁੰਦੀ ਹੈ, ਤਾਂ ਆਪਾਂ ਪਹਿਲਾਂ ਇਸ ਦਾ ਜਿਹੜਾ ਇੰਟਰੋਡਕਟਰੀ ਪੈਰਾਗ੍ਰਾਫ ਹੈ ਬੇਟਾ ਪਹਿਲਾਂ ਉਹ ਪੜ੍ਹ ਲੈਂਦੇ ਹਾਂ। ਤਾਂ ਇਸ ਦੇ ਵਿੱਚ ਕੀ ਹੈ ਕਿ ਦਾ ਗੈਂਬਲਿੰਗ ਮੈਚ ਇਜ਼ ਐਨ ਐਪੀਸੋਡ ਫਰੋਮ ਦੈਟ ਗ੍ਰੇਟ ਐਪਿਕ ਦਾ ਮਹਾਭਾਰਤਾ that continues to be revered all over the world as a great treatise on the philosophy of life and its myriad manifestations। ਤਾਂ ਬੇਟਾ ਪਹਿਲੀ ਲਾਈਨ ਤੋਂ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਜਿਹੜਾ ਗੈਂਬਲਿੰਗ ਮੈਚ ਹੈ ਇਹ ਕਿੱਥੋਂ ਲਿਆ ਗਿਆ। ਤਾਂ ਬੇਟਾ ਇਹ ਇੱਕ ਐਪੀਸੋਡ ਹੈ। ਐਪੀਸੋਡ ਦਾ ਮਤਲਬ ਇੱਕ ਹਿੱਸਾ, ਜਿਵੇਂ ਇੱਕ ਨਾਟਕ ਚੱਲਦਾ ਉਹਦੇ ਐਪੀਸੋਡ ਹੁੰਦੇ ਆ, ਆਪਾਂ ਦੇਖਦੇ ਹੀ ਹਾਂ ਟੀਵੀ ਤੇ ਆਉਂਦੇ ਆ ਹਰ ਇੱਕ ਦਾ ਪਹਿਲਾ ਐਪੀਸੋਡ, ਦੂਸਰਾ ਐਪੀਸੋਡ। ਤਾਂ ਇਹ ਇੱਕ ਐਪੀਸੋਡ ਹੈ, ਇੱਕ ਛੋਟਾ ਹਿੱਸਾ ਹੈ ਕਿਸ ਦਾ, ਇੱਕ ਗ੍ਰੇਟ ਐਪਿਕ ਦਾ। ਤਾਂ ਇੱਕ ਸ਼ਬਦ ਹੈ ਬੇਟਾ ਐਪਿਕ। ਐਪਿਕ ਕੀ ਹੁੰਦਾ ਹੈ? ਐਪਿਕ ਬੇਟਾ ਕਿਹਾ ਜਾਂਦਾ ਪੰਜਾਬੀ ਚ ਉਹਨੂੰ ਮਹਾਕਾਵ। ਮਹਾਕਾਵ ਨੂੰ ਐਪਿਕ ਕਿਹਾ ਜਾਂਦਾ ਹੈ। ਵੈਸੇ ਮੈਂ ਥੋੜਾ ਦੱਸ ਦਿੰਦਾ ਕਿ ਐਪਿਕ ਇੱਕ ਬਹੁਤ ਵੱਡੀ ਪੋਇਮ ਹੁੰਦੀ ਹੈ ਬੇਟਾ, ਕਿ ਕੋਈ ਵੀ ਇੱਕ ਕਹਾਣੀ ਇੱਕ ਪੋਇਮ ਦੇ ਰੂਪ ਵਿੱਚ ਦੱਸੀ ਜਾਂਦੀ ਹੈ। ਤਾਂ ਜਦੋਂ ਇੱਕ ਬਹੁਤ ਵੱਡੀ ਕਹਾਣੀ ਨੂੰ ਪੋਇਮ ਦੇ ਤਰੀਕੇ ਨਾਲ ਦੱਸਿਆ ਜਾਂਦਾ ਤਾਂ ਅਸੀਂ ਉਸ ਨੂੰ ਮਹਾਕਾਵ ਜਾਂ ਐਪਿਕ ਕਹਿੰਦੇ ਹਾਂ। ਰਾਮਾਇਣ ਹੈ, ਮਹਾਭਾਰਤ ਹੈ, ਇਹ ਸਾਰੀਆਂ ਐਪਿਕ ਦੀ ਸ਼ੇਪ ਦੇ ਵਿੱਚ ਸਾਨੂੰ ਮਿਲਦੀਆਂ ਨੇ। ਇਹਨਾਂ ਨੂੰ ਪੋਇਮ ਦੇ ਸ਼ੇਪ ਦੇ ਵਿੱਚ ਲਿਖਿਆ ਗਿਆ, ਲੇਕਿਨ ਇਹ ਪੋਇਮ ਬਹੁਤ ਜ਼ਿਆਦਾ ਵੱਡੀ ਹੈ, ਇਸ ਕਰਕੇ ਆਪਾਂ ਇਹਨੂੰ ਪੋਇਮ ਨਾ ਕਹਿ ਕੇ ਐਪਿਕ ਕਹਾਂਗੇ। ਤਾਂ ਇਹ ਕਿਹੜਾ ਐਪਿਕ ਤੋਂ ਲਿਆ ਗਿਆ ਜੀ? ਦਾ ਮਹਾਭਾਰਤ। ਤਾਂ ਮਹਾਭਾਰਤ ਬੇਟਾ ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਸ਼ਾਇਦ ਦੇਖਿਆ ਵੀ ਹੋਏਗਾ ਜਦੋਂ ਕਰੋਨਾ ਡੇਜ਼ ਚੱਲੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਦੁਬਾਰਾ ਮਹਾਭਾਰਤ ਜਿਹੜਾ ਸੀ ਉਹ ਦਿਖਾਇਆ ਗਿਆ ਸੀਗਾ। ਤਾਂ ਇਹ ਜਿਹੜਾ ਮਹਾਭਾਰਤ ਹੈ ਇਹ ਪੂਰੇ ਆਲ ਓਵਰ ਦਾ ਵਰਲਡ, ਪੂਰੇ ਸੰਸਾਰ ਦੇ ਵਿੱਚ ਇਸ ਦਾ ਆਦਰ ਕੀਤਾ ਜਾਂਦਾ ਹੈ। ਰਿਵੀਅਰਡ, ਰਿਵੀਅਰਡ ਦਾ ਮਤਲਬ ਹੁੰਦਾ ਬੇਟਾ ਰਿਸਪੈਕਟ ਕਰਨੀ, ਕਿ ਇਸ ਦੀ ਰਿਸਪੈਕਟ ਕੀਤੀ ਗਈ ਹੈ ਤੇ ਹਜੇ ਤੱਕ ਜਾਰੀ ਹੈ ਇਹ। ਮਤਲਬ ਮਹਾਭਾਰਤ ਨੂੰ ਇੰਨੇ ਵਧੀਆ ਤਰੀਕੇ ਨਾਲ ਮੰਨਿਆ ਜਾਂਦਾ ਹੈ ਤੇ ਇਸ ਦੀ ਰਿਸਪੈਕਟ ਪੂਰੇ ਸੰਸਾਰ 'ਚ ਹੈ। ਤੇ ਇਹ ਕਿੱਦਾਂ ਦਾ ਹੈ? ਅ ਗ੍ਰੇਟ ਟ੍ਰੀਟਿਸ। ਟ੍ਰੀਟਿਸ ਦਾ ਮਤਲਬ ਬੇਟਾ ਹੁੰਦਾ ਹੈ ਵੀ ਜਿਵੇਂ ਤੁਸੀਂ ਕਹਿ ਲਓ ਕਿ ਅਕਾਊਂਟ ਕਹਿ ਲਓ ਜਾਂ ਟੇਲ ਕਹਿ ਲਓ, ਕਹਾਣੀ ਹੈ ਨਾ। ਤਾਂ ਇੱਕ ਤਰ੍ਹਾਂ ਦੀ ਕਹਾਣੀ ਹੈ ਕਿਸ ਦੀ? ਫਿਲੋਸਫੀ ਆਫ ਲਾਈਫ, ਸਾਡੇ ਜ਼ਿੰਦਗੀ ਦੇ ਦਰਸ਼ਨ ਸ਼ਾਸਤਰ ਤੇ ਬਣੀ ਹੋਈ ਕਹਾਣੀ ਹੈ। ਫਿਲੋਸਫੀ ਕੀ ਹੁੰਦੀ ਹੈ? ਫਿਲੋਸਫੀ ਦਰਸ਼ਨ ਸ਼ਾਸਤਰ। ਦਰਸ਼ਨ ਸ਼ਾਸਤਰ ਦਾ ਮਤਲਬ ਹੁੰਦਾ ਹੈ ਕਿ ਕੁਝ ਐਸੇ ਰੂਲਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਫੋਲੋ ਕਰਕੇ ਆਪਣੀ ਜ਼ਿੰਦਗੀ ਅੱਛੇ ਢੰਗ ਨਾਲ ਬਤੀਤ ਕਰਨੀ ਹੁੰਦੀ ਹੈ, ਤਾਂ ਉਹ ਉਸ ਨੂੰ ਆਪਾਂ ਫਿਲੋਸਫੀ ਆਫ ਲਾਈਫ ਕਹਿੰਦੇ ਆ। ਐਂਡ ਇਟਸ ਮੀਰੀਅਡ ਮੈਨੀਫੈਸਟੇਸ਼ਨਸ। ਮੀਰੀਅਡ ਦਾ ਮਤਲਬ ਹੁੰਦਾ ਬੇਟਾ ਮੈਨੀ, ਬਹੁਤ ਸਾਰੇ। ਮੈਨੀਫੈਸਟੇਸ਼ਨ ਦਾ ਮਤਲਬ ਹੁੰਦਾ ਹੈ, ਵੈਸੇ ਪੰਜਾਬੀ ਚ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਵਿਖਾਵੇ, ਹੈ ਨਾ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਮਹਾਭਾਰਤ ਦੀਆਂ ਗੱਲਾਂ ਨੇ ਉਹ ਸਾਨੂੰ ਕਈ ਤਰੀਕੇ ਨਾਲ ਸਾਡੀਆਂ ਆਪਣੀਆਂ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਮਤਲਬ ਇੰਨਾ ਜ਼ਿਆਦਾ ਪਪੂਲਰ ਹੈ ਜੋ ਮਹਾਭਾਰਤ ਚ ਹੋਇਆ ਉਹ ਅੱਜ ਵੀ ਕਲਯੁਗ ਚ ਸਾਡੇ ਪਰਿਵਾਰਾਂ ਚ ਹੁੰਦਾ ਹੈ। ਤਾਂ ਇਹੀ ਗੱਲ ਇੱਥੇ ਕਹੀ ਗਈ ਹੈ।
ਤਾਂ ਪਹਿਲੀ ਲਾਈਨ ਤੋਂ ਇੱਕ ਗੱਲ ਤਾਂ ਬੇਟਾ ਕਲੀਅਰ ਹੋ ਗਈ ਕਿ ਇਹ ਜਿਹੜਾ ਗੈਂਬਲਿੰਗ ਮੈਚ ਚੈਪਟਰ ਹੈ ਇਹ ਮਹਾਭਾਰਤ ਤੋਂ ਲਿਆ ਗਿਆ, ਉਹਦੀ ਇੱਕ ਘਟਨਾ ਦਾ ਜ਼ਿਕਰ ਹੈ। Every page of this great work of art carries some message, a message of universal significance and enduring value। ਕਹਿੰਦੇ ਜੇਕਰ ਅਸੀਂ ਇਸ ਮਹਾਨ ਵਰਕ, ਇੱਥੇ ਗ੍ਰੇਟ ਵਰਕ ਕਿਹਨੂੰ ਕਿਹਾ ਗਿਆ? ਮਹਾਭਾਰਤ ਨੂੰ ਕਿਹਾ ਗਿਆ ਕਿ ਇਹ ਜਿਹੜਾ ਮਹਾਭਾਰਤ ਹੈ ਇਸ ਦੇ ਹਰ ਇੱਕ ਪੇਜ ਦੇ ਵਿੱਚ ਇੱਕ ਮੈਸੇਜ ਹੈ। ਕੋਈ ਵੀ ਪੇਜ ਆਪਾਂ ਪੜ੍ਹ ਲਈਏ ਮਹਾਭਾਰਤ ਦਾ, ਬੇਟਾ ਮੈਂ ਤਾਂ ਮਹਾਭਾਰਤ ਸਾਰਾ ਪੜ੍ਹਿਆ ਹੋਇਆ ਤਾਂ ਮੈਨੂੰ ਪਤਾ ਹੈ ਕਿ ਇਸ ਦਾ ਕੋਈ ਵੀ ਪੇਜ, ਕੋਈ ਵੀ ਐਪੀਸੋਡ ਆਪਾਂ ਲੈ ਲਈਏ ਤਾਂ ਇਹ ਇੱਕ ਮੈਸੇਜ ਹੈ ਕਾਹਦਾ? ਯੂਨੀਵਰਸਲ ਸਿਗਨੀਫਿਕੈਂਸ, ਕਿ ਯੂਨੀਵਰਸਲ ਦਾ ਮਤਲਬ ਪੂਰਾ ਸੰਸਾਰ, ਸਿਗਨੀਫਿਕੈਂਸ ਕੇ ਮਹੱਤਤਾ ਹੈ ਨਾ, ਕਿ ਉਸ ਜਿਹੜੀ ਚੀਜ਼ ਹੈ ਉਸ ਤੋਂ ਜਿਹੜੀ ਸਿਗਨੀਫਿਕੈਂਸ ਹੈ ਉਹ ਸਾਰੇ ਸੰਸਾਰ ਦੇ ਹਰ ਇੱਕ ਪਰਿਵਾਰ ਦੇ ਵਿੱਚ, ਹਰ ਇੱਕ ਇਨਸਾਨ ਦੇ ਵਿੱਚ ਇਹਦੀਆਂ ਗੱਲਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਐਂਡ ਐਂਡਿਊਰਿੰਗ ਵੈਲਿਊ, ਤੇ ਸਾਨੂੰ ਜੋ ਇਹ ਵੈਲਿਊਜ਼ ਦੱਸਦਾ ਹੈ, ਸਾਡੇ ਵੈਲਿਊਜ਼ ਦਾ ਮਤਲਬ ਉਹੀ ਨੈਤਿਕ ਗੁਣ, ਕਦਰਾਂ, ਕੀਮਤਾਂ, ਇਹ ਐਵਰਲਾਸਟਿੰਗ ਨੇ। ਐਂਡਿਊਰਿੰਗ ਦਾ ਮਤਲਬ ਕਿ ਐਵਰਲਾਸਟਿੰਗ ਦਾ ਮਤਲਬ ਕਿ ਇਹ ਚਿਰ ਸਥਾਈ ਨੇ, ਚਿਰ ਸਥਾਈ, ਕਿ ਇਹ ਖਤਮ ਨਹੀਂ ਹੁੰਦੀਆਂ। ਸਾਨੂੰ ਜੋ ਕੁਝ ਸਿੱਖਣ ਨੂੰ ਮਿਲਦਾ ਹੈ ਮਹਾਭਾਰਤ ਚੋਂ, ਇਹ ਉਹਨਾਂ ਦਿਨਾਂ 'ਚ ਵੀ ਮਿਲਿਆ, ਅੱਜ ਵੀ ਮਿਲ ਰਿਹਾ। ਤਾਂ ਇਹੀ ਗੱਲਾਂ ਕਹੀਆਂ ਗਈਆਂ। ਯਾਦ ਕਰੋ ਬੇਟਾ, ਤੁਹਾਨੂੰ +1 ਦੇ ਵਿੱਚ ਇੱਕ ਚੈਪਟਰ ਸੀਗਾ ਦਾ ਸਟੋਰੀ ਆਫ ਸ਼੍ਰੀ ਰਾਮਾ's ਐਗਜ਼ਾਈਲ। ਉਹ ਜਿਹੜਾ ਚੈਪਟਰ ਸੀ ਕਿੱਥੋਂ ਲਿਆ ਗਿਆ ਸੀ? ਉਹ ਰਾਮਾਇਣ ਤੋਂ ਲਿਆ ਗਿਆ ਸੀ। ਇਹ ਵਾਲਾ ਜਿਹੜਾ ਦਾ ਗੈਂਬਲਿੰਗ ਮੈਚ ਹੈ ਇਹ ਕਿੱਥੋਂ ਲਿਆ ਗਿਆ? ਮਹਾਭਾਰਤ ਤੋਂ ਲਿਆ ਗਿਆ। ਮੈਂ ਦੋਨੇ ਬੇਟਾ ਐਪਿਕ ਬਹੁਤ ਮਨ ਨਾਲ ਪੜ੍ਹੇ ਨੇ, ਤੇ ਮੈਂ ਇਹ ਗੱਲ ਮੰਨਦਾ ਕਿ ਚਾਹੇ ਤੁਸੀਂ ਰਾਮਾਇਣ ਲੈ ਲਓ, ਚਾਹੇ ਮਹਾਭਾਰਤ ਲੈ ਲਓ, ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਾਡੀਆਂ ਫੈਮਿਲੀ ਵੈਲਿਊਜ਼ ਨੇ, ਸਾਡੇ ਪਰਿਵਾਰਕ ਜਿਹੜੀਆਂ ਕਦਰਾਂ ਕੀਮਤਾਂ ਨੇ, ਇਹਨਾਂ ਦੇ ਵਿੱਚ ਇਹਨਾਂ ਦੋਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਦੋਨੇ ਮਹਾਕਾਵ ਸਾਨੂੰ ਸਿਖਾਉਂਦੇ ਨੇ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਕਿਵੇਂ ਰਹਿਣਾ ਹੈ, ਕੀ ਕੁਝ ਨਹੀਂ ਕਰਨਾ ਚਾਹੀਦਾ ਸਾਨੂੰ, ਕੀ ਕੁਝ ਕਰਨਾ ਚਾਹੀਦਾ ਹੈ। ਇਹ ਸਾਨੂੰ ਦੋਨੇ ਐਪਿਕ ਸਿਖਾਉਂਦੇ ਆ। ਜੇਕਰ ਅਸੀਂ ਇਹਨਾਂ ਦੋਨਾਂ ਦੀਆਂ ਸਿਖਲਾਈਆਂ ਜੋ ਸਾਨੂੰ ਮਿਲਦੀਆਂ ਨੇ, ਜੋ ਸਾਨੂੰ ਮੈਸੇਜ ਮਿਲਦਾ, ਜੇ ਅਸੀਂ ਇਹਨਾਂ ਦੋਨਾਂ ਮਹਾਕਾਵ ਦੇ ਐਪਿਕਸ ਦੇ ਮੈਸੇਜ ਨੂੰ ਆਪਣੀ ਜ਼ਿੰਦਗੀ 'ਚ ਢਾਲੀਏ ਤਾਂ ਸਾਡੇ ਸਾਰੇ ਜਿਹੜੇ ਦੁੱਖ ਦਰਦ ਹੈ ਇਹ ਮਿਟ ਜਾਣਗੇ। ਲੇਕਿਨ ਗੱਲ ਇਹੀ ਹੈ ਕਿ ਅਸੀਂ ਪੜ੍ਹ ਕੇ ਵੀ ਇਹਨਾਂ ਤੇ ਅਮਲ ਨਹੀਂ ਕਰਦੇ। The present extract culled out from an English version of the epic translated by Marjorie Sykes graphically depicts a scene from King Dhritarashtra's court on a day when an ambitious Duryodhana, with the active connivance of his crafty and crooked uncle Shakuni, successfully laid a wonderful trap for his cousin Yudhishthira, who walked into it as naturally as a ball rolling down a sharp incline। ਇਹ ਸ਼ਬਦ ਮੇਰੇ ਹਿਸਾਬ ਨਾਲ ਇਹ ਗਲਤ ਲਿਖਿਆ ਹੋਇਆ ਹੈ। ਇਹ ਇਨਕਲਾਈਨਡ ਤਾਂ ਕੋਈ ਮੈਨੂੰ ਲੱਗਦਾ ਵਰਡ ਹੈ ਨਹੀਂ, ਇਹ ਡੀ ਮੈਨੂੰ ਲੱਗਦਾ ਬੇਟਾ ਗਲਤ ਪੈ ਗਈ, ਇਹਨੂੰ ਠੀਕ ਕਰ ਲਿਓ। ਇਹ ਸ਼ਬਦ ਆਉਣਾ ਚਾਹੀਦਾ ਹੈ ਇਨਕਲਾਈਨਡ। ਮੈਂ ਇੱਥੇ ਪਾ ਦੇਣਾ, ਇਹ ਆਹ ਵਾਲਾ ਸ਼ਬਦ ਹੋਣਾ ਚਾਹੀਦਾ ਇਨਕਲਾਈਨਡ। ਡੀ ਗਲਤ ਪੈ ਗਈ ਮੇਰੇ ਹਿਸਾਬ ਨਾਲ ਇਹਦੇ 'ਚ, ਮੈਨੂੰ ਤਾਂ ਹੀ ਲੱਗਦਾ। ਕਾਫੀ ਵੱਡੀ ਲਾਈਨ ਹੈ, ਮੈਂ ਥੋੜਾ ਸਮਝਾ ਦੇਣਾ ਬੇਟਾ। ਇਹਦੇ ਵਿੱਚ ਨਾ 4 ਕਰੈਕਟਰਸ ਦਾ ਜ਼ਿਕਰ ਆਉਂਦਾ। ਦੇਖੋ, ਇੱਕ ਤਾਂ ਜ਼ਿਕਰ ਆਇਆ ਧ੍ਰਿਤਰਾਸ਼ਟਰ ਦਾ, ਇੱਕ ਆਇਆ ਦੁਰਯੋਧਨ ਦਾ, ਇੱਕ ਆਇਆ ਸ਼ਕੁਨੀ ਦਾ, ਇੱਕ ਆਇਆ ਯੁਧਿਸ਼ਟਰ ਦਾ। ਇੱਕ ਹੋਰ ਨਾਮ ਵੀ ਆਇਆ, ਉਹ ਹੈ ਮਾਰਜਰੀ ਸਾਈਕਸ। ਤਾਂ ਮਾਰਜਰੀ ਸਾਈਕਸ ਕੌਣ ਹੈ ਜੀ? ਇਹ ਇਸ ਚੈਪਟਰ ਦੇ ਰਾਈਟਰ ਹੈ। ਤਾਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਕਿ ਇਸ ਚੈਪਟਰ ਦੇ ਰਾਈਟਰ ਨੇ ਮਾਰਜਰੀ ਸਾਈਕਸ। ਕਹਿੰਦੇ ਇਹ ਜਿਹੜਾ ਪ੍ਰੈਜ਼ੈਂਟ ਐਕਸਟ੍ਰੈਕਟ ਹੈ, ਐਕਸਟ੍ਰੈਕਟ ਦਾ ਮਤਲਬ ਉਹੀ ਹਿੱਸਾ ਕਿ ਜਿਹੜਾ ਛੋਟਾ ਜਿਹਾ ਹਿੱਸਾ ਲਿਆ ਗਿਆ ਹੈ। ਕਲਡ ਆਊਟ, ਕਲਡ ਆਊਟ ਸ਼ਬਦ ਦਾ ਮਤਲਬ ਹੁੰਦਾ ਬੇਟਾ ਚੋਜ਼ਨ, ਹੈ ਨਾ, ਚੋਜ਼ਨ, ਹੈ ਨਾ, ਕਿ ਇਸ ਤੋਂ ਲਿਆ ਗਿਆ, ਚੁਣਿਆ ਗਿਆ। ਕਿ ਇੰਗਲਿਸ਼ ਵਰਜ਼ਨ ਐਪਿਕ, ਇਸ ਮਹਾਕਾਵ ਦਾ ਜਿਹੜਾ ਇੰਗਲਿਸ਼ ਵਰਜ਼ਨ ਸੀਗਾ, ਮਤਲਬ ਕਿ ਇੰਗਲਿਸ਼ 'ਚ ਟਰਾਂਸਲੇਟ ਕੀਤਾ ਸੀਗਾ, ਉਹ ਤੋਂ ਲਿਆ ਗਿਆ। ਤੇ ਉਹ ਟਰਾਂਸਲੇਟ ਕਿਹਨੇ ਕੀਤਾ ਹੈ? ਮਾਰਜਰੀ ਸਾਈਕਸ ਨੇ ਕੀਤਾ। ਮਤਲਬ ਓਰੀਜਨਲੀ ਤਾਂ ਮਹਾਭਾਰਤ ਦੇਖੋ ਜਿਹੜਾ ਲੈਂਗੁਏਜ ਸੰਸਕ੍ਰਿਤ 'ਚ ਲਿਖਿਆ ਗਿਆ ਸੀਗਾ, ਉਸ ਤੋਂ ਬਾਅਦ ਇਸ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਗਿਆ ਮਾਰਜਰੀ ਸਾਈਕਸ ਵੱਲੋਂ। ਉਸ ਇੰਗਲਿਸ਼ ਟਰਾਂਸਲੇਟ ਵਾਲੇ ਜਿਹੜਾ ਵਰਜ਼ਨ ਹੈ ਉਸ 'ਚੋਂ ਇਹ ਐਕਸਟ੍ਰੈਕਟ ਲਿਆ ਗਿਆ, ਇਹ ਚੈਪਟਰ ਲਿਆ ਗਿਆ। ਇਹਦੇ ਵਿੱਚ ਕਿਸ ਸੀਨ ਦਾ ਜ਼ਿਕਰ ਹੈ? ਤਾਂ ਡਿਪਿਕਟਸ ਆ ਸੀਨ। ਡਿਪਿਕਟ ਦਾ ਮਤਲਬ ਇਸ ਦੇ ਬਾਰੇ ਦੱਸਿਆ ਗਿਆ ਸੀਨ। ਇੱਕ ਸੀਨ ਦਾ ਜ਼ਿਕਰ ਹੈ ਜਿਹਦੇ ਵਿੱਚ ਕਿੰਗ ਧ੍ਰਿਤਰਾਸ਼ਟਰ ਦਾ ਕੋਟ ਸਜਿਆ ਹੋਇਆ। ਹੁਣ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਬੇਟਾ, ਸ਼ਾਇਦ ਤੁਸੀਂ ਮਹਾਭਾਰਤ ਨਹੀਂ ਪੜ੍ਹਿਆ, ਤਾਂ ਧ੍ਰਿਤਰਾਸ਼ਟਰ ਸੀਗਾ ਹਸਤਿਨਾਪੁਰ ਦਾ ਰਾਜਾ, ਤੇ ਉਸ ਦਾ ਕੋਟ ਸਜਿਆ ਹੋਇਆ ਹੈ। ਤੇ ਉਹਦੇ ਵਿੱਚ ਉਸਦਾ ਆਪਣਾ ਬੇਟਾ ਹੈ ਦੁਰਯੋਧਨ, ਬਹੁਤ ਹੀ ਐਂਬੀਸ਼ੀਅਸ ਹੈ, ਮਹੱਤਵਕਾਂਖੀ। ਐਂਬੀਸ਼ੀਅਸ ਦਾ ਮਤਲਬ ਜਿਹੜਾ ਬਹੁਤ ਹੀ ਮਹੱਤਵਕਾਂਖੀ ਹੋਵੇ, ਜਿਹਦੇ ਅੰਦਰ ਬੜੇ ਵੱਡੇ ਜਜ਼ਬੇ ਹੋਣ, ਹੈ ਨਾ, ਬਹੁਤ ਆਪਣੀ ਸੋਚ ਰੱਖਦਾ ਹੋਵੇ, ਮੈਂ ਕਰੂੰਗਾ, ਉਹ ਕਰੂੰਗਾ, ਤਾਂ ਉਹਨੂੰ ਆਪਾਂ ਐਂਬੀਸ਼ੀਅਸ ਕਹਿੰਦੇ ਹਾਂ। ਤਾਂ ਉਸਨੇ
ਕਨਾਈਵੈਂਸ ਸ਼ਬਦ ਆਇਆ ਬੇਟਾ। ਕਨਾਈਵੈਂਸ ਸ਼ਬਦ ਦਾ ਮਤਲਬ ਹੁੰਦਾ ਹੈ ਕੋਈ ਬੁਰਾ ਕੰਮ ਦੀ ਵਿਉਂਤ ਬਣਾਣੀ, ਉਹਨੂੰ ਆਪਾਂ ਕਹਿੰਦੇ ਹਾਂ। ਮਾੜਾ ਕੰਮ ਸਪੋਜ਼ ਕਰੋ ਕਰਨਾ ਹੋਵੇ ਕਿਸੇ ਨੇ ਤੇ ਉਹਦੀ ਵਿਉਂਤ ਬਣਾਵੇ, ਉਹਨੂੰ ਕਨਾਈਵੈਂਸ ਕਿਹਾ ਜਾਂਦਾ ਹੈ। ਤੇ ਉਹ ਕਿਹਨੇ ਬਣਾਈ ਸੀ ਜੀ? ਉਸਦੇ ਕ੍ਰਾਫਟੀ ਤੇ ਕਰੂਕਡ ਅੰਕਲ ਸ਼ਕੁਨੀ ਨੇ। ਸ਼ਕੁਨੀ ਉਹਦਾ ਮਾਮਾ ਸੀਗਾ ਜੀ। ਇਹ ਤੁਹਾਨੂੰ ਜੇ ਪਤਾ ਹੋਵੇ, ਮਹਾਭਾਰਤ ਤੁਸੀਂ ਦੇਖਿਆ ਹੋਵੇ, ਉਹ ਕਾਫੀ ਕ੍ਰਾਫਟੀ ਐਂਡ ਕਰੂਕਡ। ਨਾ ਕ੍ਰਾਫਟੀ ਐਂਡ ਕਰੂਕਡ ਦਾ ਮਤਲਬ ਹੁੰਦਾ ਚਲਾਕ ਅਤੇ ਧੂਰਤ, ਜਿਹਨੂੰ ਆਪਾਂ ਕਹਿੰਦੇ ਹਾਂ। ਇਹ ਸਿਰੇ ਨੰਬਰ ਦਾ ਜਿਹੜਾ ਪਖੰਡੀ ਬੰਦਾ ਹੁੰਦਾ ਉਹਨੂੰ ਆਪਾਂ ਕ੍ਰਾਫਟੀ ਐਂਡ ਕਰੂਕਡ ਕਹਿੰਦੇ ਹਾਂ। ਤਾਂ ਉਹ ਜਿਹੜੀ ਇੱਕ ਵਿਉਂਤ ਬਣਾਈ ਸੀ, ਮਾੜੀ ਵਿਉਂਤ, ਉਹ ਸ਼ਕੁਨੀ ਨੇ ਬਣਾਈ ਸੀ। ਤੇ ਉਹਨੇ ਸਕਸੈਸਫੁਲੀ, ਬੜੇ ਹੀ ਵਧੀਆ ਤਰੀਕੇ ਨਾਲ ਐਨ ਸਫਲਤਾਪੂਰਵਕ ਲੇਡ ਅ ਵੰਡਰਫੁਲ ਟ੍ਰੈਪ। ਟ੍ਰੈਪ ਦਾ ਮਤਲਬ ਬੇਟਾ ਜਾਲ, ਤੇ ਲੇਆ ਟ੍ਰੈਪ ਜਿਹੜਾ ਹੁੰਦਾ, ਲੇਡ ਅ ਟ੍ਰੈਪ, ਇੱਥੇ ਸ਼ਬਦ ਆਇਆ ਲੇਡ ਅ ਟ੍ਰੈਪ। ਇਹਦਾ ਮਤਲਬ ਹੁੰਦਾ ਕਿ ਉਸਨੇ ਜਾਲ ਬੁਣਿਆ ਕਾਦੇ ਲਈ? ਉਸਦੇ ਕਜ਼ਨ ਯੁਧਿਸ਼ਟਰ ਦੇ ਲਈ। ਹੁਣ ਯੁਧਿਸ਼ਟਰ ਤੁਹਾਨੂੰ ਪਤਾ ਬੇਟਾ ਇਹ ਦੁਰਯੋਧਨ ਦਾ ਬ੍ਰਦਰ ਸੀਗਾ, ਰੀਅਲ ਬ੍ਰਦਰ ਨਹੀਂ ਸੀ। ਧ੍ਰਿਤਰਾਸ਼ਟਰ ਦਾ ਬੇਟਾ ਦੁਰਯੋਧਨ ਸੀਗਾ, ਲੇਕਿਨ ਇਹ ਪਾਂਡੂ ਦਾ ਬੇਟਾ ਸੀਗਾ ਯੁਧਿਸ਼ਟਰ। ਤਾਂ ਥੋੜਾ ਦੱਸ ਦਿੰਦੇ ਕਿ ਪਾਂਡੂ ਤੇ ਧ੍ਰਿਤਰਾਸ਼ਟਰ ਦੋ ਭਰਾ ਸੀਗੇ। ਪਾਂਡੂ ਤੋਂ ਬਾਅਦ ਧ੍ਰਿਤਰਾਸ਼ਟਰ ਬਣਿਆ ਸੀ ਰਾਜਾ, ਤੇ ਧ੍ਰਿਤਰਾਸ਼ਟਰ ਦਾ ਆਪਣਾ ਬੇਟਾ ਦੁਰਯੋਧਨ ਸੀ, ਤੇ ਪਾਂਡੂ ਦੇ ਅੱਗੇ ਜਿਹੜੇ ਬੱਚੇ ਸੀਗੇ ਜਿਵੇਂ ਯੁਧਿਸ਼ਟਰ ਸੀ ਜਾਂ ਅਰਜੁਨ, ਇਹ ਉਹਦੇ ਬੱਚੇ ਸੀਗੇ। ਤਾਂ ਯੁਧਿਸ਼ਟਰ ਨੂੰ ਉਸਨੇ ਫਸਾਉਣ ਦੇ ਲਈ ਜਾਲ ਬੁਣਿਆ, ਅਤੇ ਯੁਧਿਸ਼ਟਰ ਨੂੰ ਕੀ ਹੋਇਆ ਕਿ ਨੈਚੁਰਲੀ ਆਪਣੇ ਆਪ, ਜਿਵੇਂ ਇੱਕ ਬਾਲ ਜਿਹੜੀ ਹੁੰਦੀ ਹੈ, ਇੱਕ ਗੇਂਦ ਹੁੰਦੀ ਹੈ, ਇਨਕਲਾਈਨ ਸ਼ਬਦ ਮੈਂ ਤੁਹਾਨੂੰ ਦੱਸਿਆ ਸੀ। ਇਨਕਲਾਈਨ ਦਾ ਮਤਲਬ ਕੋਈ ਸਲੋਪ ਵਾਲੀ ਜਗ੍ਹਾ ਤੇ ਆਪਣੇ ਆਪ ਆਉਂਦੀ ਹੈ। ਮੰਨ ਲਓ ਆਪਾਂ ਬਾਲ ਨੂੰ ਕਿਸੇ ਸਲੋਪ, ਇੱਕ ਟੇਢੀ ਜਗ੍ਹਾ ਤੇ ਪਾ ਦਈਏ, ਰੱਖ ਦਈਏ, ਉਹਨੇ ਨੈਚੁਰਲੀ ਨੀਚੇ ਨੂੰ ਜਾਣਾ ਹੀ ਜਾਣਾ ਹੈ। ਇਸੇ ਤਰ੍ਹਾਂ ਯੁਧਿਸ਼ਟਰ ਉਸ ਟ੍ਰੈਪ ਚ ਆ ਕੇ ਆਪਣੇ ਆਪ ਫਸ ਗਿਆ। ਤਾਂ ਇਹ ਪੂਰੀ ਲਾਈਨ ਦਾ ਮਤਲਬ ਇਹ ਹੈ ਬੇਟਾ। ਲਾਈਨ ਥੋੜੀ ਵੱਡੀ ਸੀ, ਥੋੜੀ ਜਿਹੀ ਸ਼ਾਰਟ ਕਰਕੇ ਸਮਝਾ ਦਿੰਦਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਲੱਗਿਆ ਕਿ ਮਾਰਜਰੀ ਸਾਈਕਸ ਦੀ ਜਿਹੜੀ ਇੰਗਲਿਸ਼ ਵਰਜ਼ਨ ਹੈ ਮਹਾਭਾਰਤ, ਉੱਥੋਂ ਇਹ ਚੈਪਟਰ ਲਿਆ ਗਿਆ। ਦੂਸਰਾ ਕਿ ਇਸ ਦੇ ਵਿੱਚ ਸੀਨ ਕਿਹਦਾ ਕਿ ਧ੍ਰਿਤਰਾਸ਼ਟਰ ਦਾ ਕੋਰਟ ਕਚਹਿਰੀ ਸਜੀ ਹੋਈ ਹੈ, ਉੱਥੇ ਯੁਧਿਸ਼ਟਰ ਵੀ ਬੈਠਾ ਹੈ, ਉੱਥੇ ਦੁਰਯੋਧਨ ਵੀ ਬੈਠਾ ਹੈ, ਦੁਰਯੋਧਨ ਦਾ ਮਾਮਾ ਸ਼ਕੁਨੀ ਵੀ ਬੈਠਾ ਹੈ। ਸ਼ਕੁਨੀ ਨੇ ਇੱਕ ਅਜਿਹਾ ਜਾਲ ਬਣਿਆ ਜਿਸ ਦੇ ਵਿੱਚ ਯੁਧਿਸ਼ਟਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਯੁਧਿਸ਼ਟਰ ਫਸ ਗਿਆ। ਇਹ ਸਾਨੂੰ ਇੱਥੋਂ ਕਲੀਅਰ ਹੋ ਜਾਂਦਾ ਹੈ। ਤੇ ਉਹ ਜਾਲ ਕਿਹੜਾ ਸੀਗਾ ਜੀ? ਗੈਂਬਲ ਦਾ, ਜੂਏ ਵਾਲਾ। ਹਾਈਲਾਈਟਸ ਦਾ ਫੈਕਟ that gambling is an evil that can lead to a disastrous consequences। ਕਹਿੰਦੇ ਇਹ ਜਿਹੜਾ ਸੀਨ ਹੈ ਇਹ ਹਾਈਲਾਈਟ ਕਰਦਾ ਹੈ, ਇਹ ਦੱਸਦਾ ਹੈ ਇਸ ਸੱਚਾਈ ਨੂੰ ਕਿ ਗੈਂਬਲਿੰਗ ਇੱਕ ਬੁਰਾਈ ਹੈ। ਇਵਲ ਦਾ ਮਤਲਬ ਕੀ ਹੁੰਦਾ ਬੇਟਾ? ਬੁਰਾਈ। ਕਿ ਗੈਂਬਲਿੰਗ, ਜੂਆ ਖੇਡਣਾ ਇੱਕ ਬੁਰਾਈ ਹੈ, ਅਤੇ ਇਸ ਦੇ ਡਿਜ਼ਾਸਟਰਸ ਕੰਸੀਕੁਐਂਸਿਸ ਹੁੰਦੇ ਨੇ। ਡਿਜ਼ਾਸਟਰ ਦਾ ਮਤਲਬ ਤਬਾਹੀ ਵਾਲੇ ਨਤੀਜੇ ਹੁੰਦੇ ਨੇ। ਦੋਨੇ ਸ਼ਬਦ ਪਹਿਲਾਂ ਵੀ ਚੈਪਟਰ ਚ ਆਏ ਹੋਏ ਬੇਟਾ, ਡਿਜ਼ਾਸਟਰ ਤੇ ਕੰਸੀਕੁਐਂਸਿਸ। ਕੰਸੀਕੁਐਂਸਿਸ ਦਾ ਮਤਲਬ ਨਤੀਜੇ। ਕਿ ਜਿਹੜੀ ਜੂਏ ਖੇਡਦੇ ਨੇ ਇਹ ਅੰਤ ਇਹਨਾਂ ਦਾ ਮਾੜਾ ਹੀ ਹੁੰਦਾ ਹੈ। The extract beautifully portrays the helplessness of Yudhishthir once the game takes control of him and leads him on to his doom। ਕਿ ਇਹ ਜਿਹੜਾ ਐਕਸਟ੍ਰੈਕਟ ਹੈ, ਛੋਟਾ ਹਿੱਸਾ ਚੈਪਟਰ ਹੈ ਜਿਹੜਾ, ਇਹ ਬਹੁਤ ਹੀ ਵਧੀਆ ਤਰੀਕੇ ਨਾਲ ਯੁਧਿਸ਼ਟਰ ਦੀ ਜਿਹੜੀ ਲਾਚਾਰੀ ਹੈ, ਹੈਲਪਲੈਸਨੈਸ ਦਾ ਮਤਲਬ ਲਾਚਾਰੀ, ਉਸ ਨੂੰ ਇਹ ਪੋਰਟਰੇ ਕਰਦਾ ਹੈ। ਪੋਰਟਰੇ ਦਾ ਮਤਲਬ ਦਿਖਾਉਂਦਾ ਹੈ। ਜਦੋਂ ਉਸਦੀ ਉਹ ਜਿਹੜੀ ਜੂਏ ਵਾਲੀ ਗੇਮ ਹੈ ਉਹ ਟੇਕ ਕੰਟਰੋਲ ਆਫ ਹਿਮ, ਵਨਸ ਦਾ ਗੇਮ ਟੇਕਸ ਕੰਟਰੋਲ ਆਫ ਹਿਮ, ਜਦੋਂ ਮਤਲਬ ਜੂਏ ਦੀ ਗੇਮ ਚੋਂ ਹਾਰਨ ਲੱਗਦਾ ਹੈ, ਅਤੇ ਫਿਰ ਉਸ ਤੋਂ ਬਾਅਦ ਲੀਡਸ ਹਿਮ ਔਨ ਟੂ ਹਿਸ ਡੂਮ, ਅਤੇ ਆਪਣੀ ਤਬਾਹੀ ਵੱਲ ਤੁਰ ਪੈਂਦਾ ਹੈ। ਡੂਮ ਦਾ ਮਤਲਬ ਵੀ ਬੇਟਾ ਤਬਾਹੀ ਹੁੰਦਾ ਹੈ। ਤਾਂ ਇਹ ਪੂਰੇ ਪੈਰੇ ਦੇ ਵਿੱਚ ਦੱਸਿਆ ਗਿਆ ਹੈ। ਇਹ ਇੰਟਰੋਡਕਟਰੀ ਪੈਰਾ ਹੈ, ਥੋੜਾ ਜਿਹਾ ਸਮਝਣਾ ਜ਼ਰੂਰੀ ਸੀ ਤਾਂ ਇਸ ਕਰਕੇ ਮੈਂ ਸਮਝਾਇਆ। ਤਾਂ ਬੇਟਾ ਹੁਣ ਸਾਡਾ ਚੈਪਟਰ ਐਕਚੁਅਲੀ ਸਟਾਰਟ ਹੁੰਦਾ ਹੈ। ਇੰਟਰੋਡਕਟਰੀ ਪੈਰਾ ਥੋੜਾ ਜਿਹਾ ਵੱਡਾ ਸੀ ਤਾਂ ਉਸੇ ਸਮਝ ਲਿਆ। ਤਾਂ ਇਹ ਵੀ ਤੁਸੀਂ ਦੇਖੋ ਬੇਟਾ, ਜਿਹੜਾ ਚੈਪਟਰ ਹੈ ਇਹ ਪੈਰਿਆਂ ਦੇ ਵਿੱਚ ਹੈ ਤੇ ਉਸਦੀ ਨੰਬਰਿੰਗ ਕੀਤੀ ਹੋਈ ਹੈ। ਤਾਂ ਪਹਿਲਾ ਜਿਹੜਾ ਨੰਬਰ ਹੈ ਉਹ ਪੜ੍ਹਦੇ ਹਾਂ ਜੀ ਆਪਾਂ। ਯੁਧਿਸ਼ਟਰ ਟੁਕ ਫਰੋਮ ਹਿਜ਼ ਨੈਕ ਅ ਰੋਪ ਆਫ ਲਵਲੀ ਪਰਲਸ। ਤਾਂ ਦੇਖੋ ਪਹਿਲੀ ਲਾਈਨ ਦੇ ਵਿੱਚ ਯੁਧਿਸ਼ਟਰ ਜਿਹੜਾ ਹੈ ਉਹ ਆਪਣੇ ਗਰਦਨ ਤੋਂ ਇੱਕ ਲਵਲੀ ਮਤਲਬ ਬਹੁਤ ਹੀ ਪਿਆਰੇ ਪਰਲਸ, ਮੋਤੀ, ਤਾਂ ਮੋਤੀਆਂ ਦੀ ਇੱਕ ਮਾਲਾ, ਇੱਥੇ ਰੋਪ ਦਾ ਮਤਲਬ ਰੱਸਾ ਨਹੀਂ ਹੈ ਲੇਕਿਨ ਮੋਤੀਆਂ ਦੀ ਮਾਲਾ ਨੂੰ ਕਿਹਾ ਗਿਆ ਹੈ। ਤਾਂ ਉਸਨੇ ਆਪਣੇ ਗਲੇ 'ਚ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਤੇ ਉਹ ਕੱਢ ਲੈਂਦਾ ਤੇ ਕੱਢ ਕੇ ਕਹਿੰਦਾ ਵਾਟ ਡੂ ਯੂ ਸਟੇਕ। ਸਟੇਕ ਸ਼ਬਦ ਆਇਆ। ਸਟੇਕ ਦਾ ਮਤਲਬ ਤੁਸੀਂ ਕੀ ਦਾਅ ਤੇ ਲਾਉਂਦੇ ਹੋ, ਵੀ ਮੈਂ ਤਾਂ ਮੋਤੀਆਂ ਦੀ ਮਾਲਾ ਦਾਅ ਤੇ ਲਾ ਰਿਹਾ। ਹੁਣ ਦੇਖੋ ਬੇਟਾ, ਜਿਹੜੀ ਗੈਂਬਲ ਹੁੰਦੀ ਹੈ ਨਾ, ਜੂਆ ਹੁੰਦਾ ਹੈ, ਜੂਏ 'ਚ ਕੀ ਹੁੰਦਾ ਹੈ? ਜੂਏ ਦੇ ਵਿੱਚ ਪੈਸਾ ਲੱਗਦਾ ਦਾਅ ਤੇ। ਇੱਥੇ ਹੁਣ ਕਿਉਂਕਿ ਇਹ ਤਾਂ ਵੱਡੇ ਰਾਜੇ ਮਹਾਰਾਜੇ ਸੀ ਤਾਂ ਇਹਨਾਂ ਕੋਲ ਤਾਂ ਧਨ ਦੌਲਤ ਬਥੇਰੀ ਸੀਗੀ, ਤਾਂ ਹੁਣ ਇਹ ਆਪਣੀ ਧਨ ਦੌਲਤ ਲਾ ਰਹੇ ਨੇ। ਦੇਖੋ ਹੁਣ ਯੁਧਿਸ਼ਟਰ ਆਪਣੀ ਮੋਤੀਆਂ ਦੀ ਮਾਲਾ ਆਪਣੇ ਗਲੇ 'ਚੋਂ ਲਾ ਕੇ ਦਾਅ ਤੇ ਲਾ ਰਿਹਾ ਤੇ ਪੁੱਛ ਰਿਹਾ ਹੈ ਕਿ ਤੁਸੀਂ ਕੀ ਦਾਅ ਤੇ ਲਾਉਂਦੇ ਹੋ।
ही आस्क्ड, उसने पूछा, अगेंस्ट दीज जेम्स ऑफ द साउदਰਨ ओशन। ਹੁਣ ਇਹ ਜਿਹੜੇ ਇਹ ਮੋਤੀ ਸੀਗੇ, ਜੈਮਸ ਦਾ ਮਤਲਬ ਵੀ ਮੋਤੀ ਸੀਗੇ, ਉਹ ਇਹ ਸਾਊਦਰਨ ਓਸ਼ਨ ਤੋਂ ਲੈ ਕੇ ਆਏ ਸੀ ਨਾ। ਸਾਊਦਰਨ ਓਸ਼ਨ ਦਾ ਮਤਲਬ ਕੀ ਹੈ? ਸਾਊਦਰਨ ਦਾ ਮਤਲਬ ਦੱਖਣੀ, ਓਸ਼ਨ ਦਾ ਮਤਲਬ ਮਹਾਸਾਗਰ। ਤਾਂ ਤੁਹਾਨੂੰ ਪਤਾ ਹੈ ਸਾਡੇ ਸੰਸਾਰ 'ਚ ਮਹਾਸਾਗਰ ਨੇ, ਇੰਡੀਅਨ ਓਸ਼ਨ, ਐਟਲਾਂਟਿਕ ਓਸ਼ਨ, ਪੈਸੀਫਿਕ ਓਸ਼ਨ, ਤਾਂ ਉਹਨਾਂ 'ਚੋਂ ਹੀ ਸਾਊਦਰਨ ਓਸ਼ਨ ਉਹਦਾ ਪਾਰਟ ਹੈ। ਤਾਂ ਉੱਥੋਂ ਇਹ ਮੋਤੀ ਯੁਧਿਸ਼ਟਰ ਨੇ ਮੰਗਵਾਏ ਹੋਣੇ, ਤੇ ਉਹ ਮਾਲਾ ਕੱਢ ਕੇ ਉਹ ਕਹਿੰਦਾ ਕਿ ਮੈਂ ਤਾਂ ਦਾ ਤੇ ਆ ਲਾ ਰਿਹਾ, ਤੁਸੀਂ ਦੱਸੋ ਦਾ ਉੱਤੇ ਕੀ ਲਾਉਂਦੇ ਹੋ। ਹੀ ਸਪੋਕ ਪ੍ਰਾਊਡਲੀ, ਹੁਣ ਦੇਖੋ ਹੰਕਾਰ ਨਾਲ ਬੋਲ ਰਿਹਾ ਹੈ, ਪ੍ਰਾਊਡਲੀ ਦਾ ਮਤਲਬ ਹੰਕਾਰ ਨਾਲ। ਐਂਡ ਦੁਰਯੋਧਨ ਆਨਸਰਡ ਵਿਦ ਐਂਗਰ। ਹੁਣ ਇੱਕ ਪਾਸੇ ਤੁਹਾਨੂੰ ਪਤਾ ਹੈ ਪਾਂਡਵ ਬੈਠੇ ਨੇ ਪੰਜੇ, ਦੂਜੇ ਪਾਸੇ ਦੁਰਯੋਧਨ ਆਪਣੇ ਭਰਾਵਾਂ ਨਾਲ ਤੇ ਆਪਣੇ ਮਾਮੇ ਸ਼ੁਕਿਨੀ ਨਾਲ ਬੈਠਾ ਹੈ। ਤਾਂ ਹੁਣ ਦੁਰਯੋਧਨ ਆਨਸਰ ਦਿੰਦਾ ਹੈ ਵਿਦ ਐਂਗਰ, ਗੁੱਸੇ ਨਾਲ, ਵੀ ਟੂ ਹੈਵ ਜਿਊਲਸ ਆਫ ਵੈਲਿਊ। ਕਹਿੰਦਾ ਵੀ ਟੂ ਹੈਵ ਜਿਊਲਸ ਆਫ ਵੈਲਿਊ। ਕਹਿੰਦੇ ਸਾਡੇ ਕੋਲੇ ਵੀ ਕੀਮਤੀ ਹੀਰੇ ਜਵਾਹਰਾਤ ਨੇ। ਜਿਊਲਸ ਦਾ ਮਤਲਬ ਜਵਾਹਰਾਤ ਨਾ, ਗਹਿਣੇ, ਸਾਡੇ ਕੋਲੇ ਵੀ ਮਤਲਬ ਮਹਿੰਗੇ ਗਹਿਣੇ ਨੇ ਜੇ ਤੇਰੇ ਕੋਲੇ ਮੋਤੀ ਨੇ, ਠੀਕ ਹੈ। ਹੀ ਥਰੂ ਔਨ ਦਾ ਟੇਬਲ ਆ ਜਿਊਲਡ ਗਰਡਲ ਆਫ ਗ੍ਰੇਟ ਬਿਊਟੀ। ਤਾਂ ਉਹ ਵੀ ਦਾ ਤੇ ਕੀ ਲਾਂਦਾ ਵੀ ਆ ਜਿਊਲਡ ਗਰਡਲ। ਤਾਂ ਗਰਡਲ ਸ਼ਬਦ ਬੇਟਾ ਕੀ ਹੁੰਦਾ ਨਾ, ਗਰਡਲ ਇੱਕ ਤਰ੍ਹਾਂ ਦੀ ਲੱਕ ਦੇ ਆਲੇ ਦੁਆਲੇ ਨਾ ਪੁਰਾਣੇ ਲੋਕ ਬੈਲਟ ਟਾਈਪ ਜੀ ਬੰਨਦੇ ਹੁੰਦੇ ਸੀਗੇ। ਹੁਣ ਤਾਂ ਚਲੋ ਬੈਲਟਾਂ ਬੰਨਣ ਲੱਗ ਗਏ ਚਮੜੇ ਦੀਆਂ, ਉਹਨਾਂ ਦਿਨਾਂ ਦੇ ਵਿੱਚ ਨਾ ਮੋਤੀਆਂ ਨਾਲ ਪਿਰੇ ਹੋਈ ਇੱਕ ਬੈਲਟ ਜੀ ਹੁੰਦੀ ਸੀ ਕੱਪੜੇ ਜਿਹੇ ਵਾਲੀ। ਜੇ ਤੁਸੀਂ ਦੇਖੀ ਹੋਵੇ ਆਪਣੇ ਪੁਰਾਣੇ ਸੀਰੀਅਲ ਦੇਖੇ ਹੋਣ ਤਾਂ ਤੁਹਾਨੂੰ ਯਾਦ ਹੋਏਗਾ, ਗਰਡਲ ਉਹਨੂੰ ਕਹਿੰਦੇ ਆ। ਲੱਕ ਦੇ ਆਲੇ ਦੁਆਲੇ ਇੱਕ ਬੈਲਟ ਟਾਈਪ ਜੀ ਹੁੰਦੀ ਹੈ ਜਿਹਦੇ ਚ ਮੋਤੀ ਜੜੇ ਹੁੰਦੇ ਸੀ, ਰਾਜੇ ਮਹਾਰਾਜੇ ਪਾਉਂਦੇ ਸੀ, ਤਾਂ ਉਹਨੂੰ ਆਪਾਂ ਗਰਡਲ ਕਹਿੰਦੇ ਆ। ਤਾਂ ਜਿਊਲਡ ਗਰਡਲ ਦਾ ਮਤਲਬ ਹੈ ਕਿ ਗਹਿਣਿਆਂ ਵਾਲੀ ਗਰਡਲ ਉਸਨੇ ਕੱਢੀ ਜਿਹੜੀ ਕਿ ਬਹੁਤ ਹੀ ਸ਼ਾਨਦਾਰ ਸੀ, ਗ੍ਰੇਟ ਬਿਊਟੀ, ਉਹ ਉਹਨੇ ਦਾਅ ਤੇ ਲਾਤੀ। ਠੀਕ ਹੈ, ਤੂੰ ਮੋਤੀਆਂ ਦੀ ਮਾਲਾ ਦਾਅ ਤੇ ਲਾ ਰਿਹਾ, ਮੈਂ ਜਿਊਲਡ ਗਰਡਲ ਲਾ ਦੇਣਾ। ਦੈਨ ਯੁਧਿਸ਼ਟਰ ਟੁਕ ਦਾ ਡਾਇਸ ਐਂਡ ਥਰੂ। ਤਾਂ ਯੁਧਿਸ਼ਟਰ ਨੇ ਡਾਇਸ ਚੱਕਿਆ। ਡਾਇਸ ਕਿਹਾ ਜਾਂਦਾ ਬੇਟਾ ਪਾਸੇ, ਜਿਹੜੇ ਆਪਾਂ ਲੂਡੋ 'ਚ ਯੂਜ਼ ਕਰਦੇ ਆ, ਤਾਂ ਉਦਾਂ ਦੇ ਪਾਸੇ ਸੀਗੇ। ਤਾਂ ਉਸਨੇ ਉਹ ਡਾਇਸ ਚੱਕਿਆ ਅਤੇ ਸੁੱਟਿਆ। ਦੇ ਫੈਲ ਅ 5 ਐਂਡ ਅ 4। ਤਾਂ ਆਇਆ ਕੀ ਡਾਇਸ ਤੇ? ਤਾਂ ਦੋ ਡਾਇਸ ਹੁੰਦੇ ਆ ਬੇਟਾ, ਜੇ ਤੁਸੀਂ ਦੇਖੋ ਨਾ ਉਹ ਜਿਹੜੀ ਚੱਲਦੀ ਹੈ ਗੇਮ, ਉਹਦੇ 'ਚ ਦੋ ਪਾਸੇ ਹੁੰਦੇ ਆ। ਤਾਂ ਇੱਕ ਪਾਸੇ ਦੇ ਉੱਪਰ ਆ ਗਿਆ 5, ਦੂਜੇ ਤੇ ਆ ਗਿਆ 4। ਤਾਂ ਦੋਨਾਂ ਦਾ ਜੋੜ ਕਿੰਨਾ ਬਣਿਆ? 9, ਹੈ ਨਾ। ਤਾਂ ਸ਼ਕੁਨੀ ਥਰੂ, ਹੁਣ ਸ਼ਕੁਨੀ ਦੀ ਵਾਰੀ ਆਈ। ਸ਼ਕੁਨੀ ਨੇ ਜਦ ਉਹ ਡਾਇਸ ਪਾਸੇ ਫੇਂਕੇ, ਫਿਰ ਕੀ ਆਇਆ? ਆ 4 ਐਂਡ ਆ 6। ਤਾਂ ਸ਼ਕੁਨੀ ਦਾ ਆਇਆ 4 ਐਂਡ ਆ 6, ਦੋਨਾਂ ਦਾ ਆ ਗਿਆ ਜੋੜ 10। ਇਹਦਾ ਮਤਲਬ ਜਿੱਤਿਆ ਕੌਣ? ਸ਼ਕੁਨੀ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਰੋਪ ਆਫ ਲਵਲੀ ਪਰਲਸ ਲਾਏ ਸੀ ਦੌ ਤੇ ਯੁਧਿਸ਼ਟਰ ਨੇ, ਉਹ ਸ਼ਕੁਨੀ ਜਿੱਤ ਗਿਆ। ਤਾਂ ਪਹਿਲੇ ਪੈਰੇ 'ਚ ਇਹ ਹੈ। ਤਾਂ ਬੇਟਾ ਤੁਹਾਡੇ ਗਲੋਸਰੀ 'ਚ ਵੀ ਇਹਨਾਂ ਦੇ ਕੁਝ ਵਰਡਸ ਮੀਨਿੰਗ ਦਿੱਤੇ ਹੋਏ ਨੇ, ਮੈਂ ਨਾਲ ਤੁਹਾਨੂੰ ਉਹ ਵੀ ਕਰਵਾ ਦੇਣਾ। ਤਾਂ ਪੇਜ ਨੰਬਰ 22 ਤੇ ਬੇਟਾ ਇਹ ਤੁਹਾਡਾ ਪਹਿਲੇ ਪੈਰੇ ਦੀ ਗਲੋਸਰੀ ਹੈ। ਆ ਦੇਖੋ, ਸਟੇਕ ਵਰਬ ਹੁੰਦੀ ਹੈ, ਤਾਂ ਇਹਦਾ ਮਤਲਬ ਹੁੰਦਾ ਹੈ ਗੈਂਬਲ ਕਰਨਾ, ਰਿਸਕ ਮਨੀ, ਪੈਸੇ ਨੂੰ ਰਿਸਕ ਚਲਾਣਾ, ਤਾਂ ਉਹੀ ਦੌ ਲਗਾਣਾ। ਗਰਡਲ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ, ਕੋਡ ਔਰ ਬੈਲਟ ਹੁੰਦੀ ਹੈ ਜਿਹੜੀ ਕਿ ਵੇਸਟ ਲੱਕ ਦੇ ਦੁਆਲੇ ਫੈਸ਼ਨ ਅਰਾਊਂਡ ਬੰਨੀ ਜਾਂਦੀ ਹੈ। ਤਾਂ ਮੈਂ ਆਲਰੇਡੀ ਦੋਨਾਂ ਦੇ ਮਤਲਬ ਤੁਹਾਨੂੰ ਦੱਸੇ ਆ। ਤਾਂ ਇਹ ਤੁਸੀਂ ਗਲੋਸਰੀ 'ਚ ਆਪਣੇ ਵਰਡਸ ਜ਼ਰੂਰ ਲਿਖਣੇ ਆ ਜਿਹੜੇ ਇੱਥੇ ਆਏ ਆ। ਤਾਂ ਹੁਣ ਜੀ ਫਿਰ ਸੈਕਿੰਡ ਪੈਰਾ ਸਟਾਰਟ ਹੁੰਦਾ ਹੈ। ਦਾ ਪਰਲਸ ਆਰ yours said ਯੁਧਿਸ਼ਟਰ ਐਂਗਰੀਲੀ। ਨੈਚੁਰਲੀ ਹਾਰ ਗਿਆ ਜੀ ਉਹ, ਕਿਉਂਕਿ ਉਹਨੂੰ 9 ਮਿਲਿਆ, ਉਹਨੂੰ 10 ਮਿਲਿਆ। ਤਾਂ ਯੁਧਿਸ਼ਟਰ ਥੋੜਾ ਜਿਹਾ ਗੁੱਸੇ ਹੋ ਕੇ ਕਹਿੰਦਾ ਕਿ ਮੋਤੀ ਤੇਰੇ ਨੇ, ਆਈਓਸ ਦੁਰਯੋਧਨ ਨੂੰ ਕਹਿੰਦਾ, ਬਟ ਯੂਅਰ ਵੈਲਥ ਇਜ਼ ਨੋ ਮੈਚ ਫॉर ਮਾਈਨ। ਪਰ ਦੇਖੋ ਯੁਧਿਸ਼ਟਰ ਹੁਣ ਕੀ ਵਰਡ ਕਹਿ ਰਿਹਾ, ਕਹਿੰਦਾ ਜਿਹੜੀ ਤੇਰੀ ਧਨ ਦੌਲਤ ਹੈ ਉਹ ਮੇਰੇ ਬਰਾਬਰ ਨਹੀਂ ਹੈ। ਬੇਟਾ ਜੇ ਤੁਸੀਂ ਨਾ ਜੂਆ ਕਿਸੇ ਇਨਸਾਨਾਂ ਨੂੰ ਖੇਡਦੇ ਦੇਖੋ ਤਾਂ ਜੂਆ ਤੁਹਾਡੇ ਦਿਮਾਗ ਤੇ ਇੰਨਾ ਜ਼ਿਆਦਾ ਹਾਵੀ ਹੋ ਜਾਂਦਾ। ਯੁਧਿਸ਼ਟਰ ਇੱਕ ਸਿਆਣਾ ਬੰਦਾ ਸੀਗਾ, ਜੇ ਤੁਸੀਂ ਸਾਰੀ ਮਹਾਭਾਰਤ ਪੜ੍ਹੋ, ਯੁਧਿਸ਼ਟਰ ਇੱਕ ਸਿਆਣਾ ਬੰਦਾ ਸੀ, ਲੇਕਿਨ ਜਦੋਂ ਜੂਆ ਖੇਡਣ ਲੱਗਿਆ ਉਹਦੀ ਸਿਆਣਪ ਜ਼ੀਰੋ ਹੋ ਗਈ। ਪਹਿਲਾਂ ਦੇਖੋ ਉਸਨੇ ਬੜੇ ਹੀ ਪ੍ਰਾਊਡ ਨਾਲ, ਹੰਕਾਰ ਨਾਲ ਪੁੱਛਿਆ ਵੀ ਮੈਂ ਮੋਤੀ ਦਾਅ ਤੇ ਲਾ ਰਿਹਾ, ਤੂੰ ਕੀ ਲਾ ਰਹੇ ਹੈ। ਇੱਕ ਸਿਆਣਾ ਬੰਦਾ ਇਸ ਤਰ੍ਹਾਂ ਨਹੀਂ ਬੋਲਦਾ। ਹੁਣ ਉਹ ਦੂਜੀ ਦੇਖੋ ਇੱਥੇ ਸੈਂਟੈਂਸ ਕੀ ਬੋਲ ਰਿਹਾ ਹੈ, ਵਾਕ ਕੀ ਬੋਲ ਰਿਹਾ ਹੈ ਕਿ ਤੇਰੀ ਦੌਲਤ ਮੇਰੇ ਅੱਗੇ ਕੁਛ ਨਹੀਂ। ਤਾਂ ਹੰਕਾਰ ਹੀ ਹੈ। ਹਾਲਾਂਕਿ ਯੁਧਿਸ਼ਟਰ ਐਸਾ ਨਹੀਂ ਸੀ, ਇਸ ਤਰ੍ਹਾਂ ਦਾ ਇਨਸਾਨ ਨਹੀਂ ਸੀ, ਬਹੁਤ ਹੀ ਸਿਆਣਾ ਬੰਦਾ ਸੀ ਜੇ ਤੁਸੀਂ ਪੂਰੀ ਮਹਾਭਾਰਤ ਪੜ੍ਹੋ। ਲੇਕਿਨ ਜਦੋਂ ਜੂਆ ਖੇਡਣ ਲੱਗਿਆ ਉਹਦੀ ਸਿਆਣਪ ਪਤਾ ਨਹੀਂ ਕਿੱਧਰ ਗਈ, ਉਹਦੇ 'ਚ ਹੰਕਾਰ ਆ ਗਿਆ। ਇਹ ਜੂਆ ਹੈ ਹੀ ਐਸੀ ਚੀਜ਼ ਹੈ। ਤਾਂ ਹੀ ਇਹ ਪੂਰਾ ਐਪੀਸੋਡ ਤੁਹਾਨੂੰ ਬੇਟਾ ਪੜ੍ਹਾਇਆ ਜਾ ਰਿਹਾ ਹੈ ਇਸ ਤੁਹਾਡੇ ਸਿਲੇਬਸ ਦੇ ਵਿੱਚ, ਤੁਹਾਨੂੰ ਇਹ ਦੱਸਣ ਦੇ ਲਈ ਕਿ ਗੈਂਬਲ ਬੰਦੇ ਦੀ ਅਕਲ ਖਾ ਜਾਂਦਾ ਹੈ। ਤੇ ਇੱਥੇ ਅਕਲ ਦੇਖੋ ਯੁਧਿਸ਼ਟਰ ਦੀ ਇੱਕ ਤਰ੍ਹਾਂ ਦੀ ਖਾਧੀ ਜਾ ਰਹੀ ਹੈ। ਫਿਰ ਉਹ ਕੀ ਕਹਿੰਦਾ, ਆਈ ਸਟੇਕ ਦਾ 1000 jars of gold in my treasury against their weight in gold।
ਕਹਿੰਦਾ ਮੈਂ ਹੁਣ ਕੀ ਦਾਅ ਤੇ ਲਾਣਾ, ਸਟੇਕ ਸ਼ਬਦ ਫੇਰ ਆਂਦਾ। ਤਾਂ ਉਹ ਕਹਿੰਦਾ ਮੈਂ ਦਾਅ ਤੇ ਲਾ ਰਹੇ ਹਾਂ ਗੋਲਡ ਦੇ 1000 ਜਾਰਸ। ਜਾਰਸ ਦਾ ਮਤਲਬ ਹੁੰਦੇ ਆ ਕੱਪ ਵਗੈਰਾ ਟਾਈਪ, ਹੈ ਨਾ, ਕੱਪ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਰਾਜੇ ਮਹਾਰਾਜੇ ਸੋਨੇ ਦੇ ਚਾਂਦੀ ਦੇ ਭਾਂਡੇ ਯੂਜ਼ ਕਰਦੇ ਸੀਗੇ। ਤਾਂ ਗੋਲਡ ਦੇ ਬਣੇ ਹੋਏ 1000 ਜਾਰ ਜਿਹੜੇ ਨੇ ਉਹ ਮੈਂ ਆਪਣੀ ਟ੍ਰੈਜ਼ਰੀ ਦੇ ਵਿੱਚੋਂ, ਟ੍ਰੈਜ਼ਰੀ ਦਾ ਮਤਲਬ ਖਜ਼ਾਨਾ, ਮੈਂ ਆਪਣੇ ਖਜ਼ਾਨੇ ਦੇ ਵਿੱਚੋਂ ਦਾਅ ਤੇ ਲਾ ਰਹੇ ਹਾਂ, ਤੇ ਤੂੰ ਵੀ ਉਸੇ ਦੇ weight ਦੇ ਅਨੁਸਾਰ, ਉਹਦਾ ਜਿੰਨਾ weight ਬਣਦਾ ਹੈ ਗੋਲਡ ਦੀ, ਤੂੰ ਵੀ ਲਾ ਦਾਅ ਤੇ। ਤਾਂ ਇਸ ਤਰ੍ਹਾਂ ਉਹਨੇ ਦਾਅ ਤੇ ਲਾਤੇ। ਤਾਂ ਸ਼ਕੁਨੀ ਥਰੂ ਫਸਟ ਆ 3 ਐਂਡ ਆ 2। ਤਾਂ ਸ਼ਕੁਨੀ ਨੇ ਪਹਿਲਾਂ ਪਾਸੇ ਸਿੱਟੇ, ਤਾਂ ਉਹਨੂੰ ਆਇਆ 3 ਐਂਡ 2, ਤਾਂ ਦੋਨਾਂ ਦਾ ਜੋੜ ਹੋਇਆ 5। ਸ਼ੋਰਲੀ ਆਈ ਕੈਨ ਬੀਟ ਦੈਟ। ਹੁਣ ਇਹਨੂੰ 5 ਨੂੰ ਦੇਖ ਕੇ ਯੁਧਿਸ਼ਟਰ ਨੂੰ ਲੱਗਦਾ ਹੈ ਵੀ 5 ਤਾਂ ਬਹੁਤ ਥੋੜੇ ਨੇ, ਮੈਂ ਤਾਂ ਵੱਧ ਲੈ ਹੀ ਲਊਂਗਾ ਇਸ ਵਾਰੀ। ਕਹਿੰਦਾ ਸ਼ੋਰਲੀ, ਕਹਿੰਦਾ ਪੱਕੇ ਤੌਰ ਤੇ ਮੈਂ ਤਾਂ ਹੁਣ ਜਿੱਤੂ। ਕਹਿੰਦਾ ਆਈ ਕੈਨ ਬੀਟ ਦੈਟ, ਕਹਿੰਦਾ ਮੈਂ ਤਾਂ ਹਰਾਉਂ ਤੈਨੂੰ। ਫਿਰ ਹੰਕਾਰ ਚ ਬੋਲ ਰਿਹਾ, ਦੇਖੋ ਯੁਧਿਸ਼ਟਰ। ਐਕਸਕਲੇਮਡ ਯੁਧਿਸ਼ਟਰ ਈਗਰਲੀ। ਤਾਂ ਬੜਾ ਐਕਸਕਲੇਮ, ਹੈਰਾਨ ਜਿਹੇ ਹੋ ਕੇ ਯੁਧਿਸ਼ਟਰ ਈਗਰਲੀ, ਈਗਰਲੀ ਦਾ ਮਤਲਬ ਹੁੰਦਾ ਹੈ ਬੜਾ ਉਤਸੁਕ ਹੋ ਕੇ ਕਿ ਹਾਂ ਇਹ ਤਾਂ 5 ਨੇ, 5 ਤੋਂ ਵੱਧ ਤਾਂ ਮੈਂ ਲੈ ਹੀ ਲਊਂ। ਹੀ ਟੁਕ ਦਾ ਬਾਕਸ ਐਂਡ ਥਰੂ। ਪਾਸੇ ਚੱਕਦਾ, ਪਾਸਿਆਂ ਵਾਲਾ ਬਾਕਸ ਤੇ ਸੁੱਟਦਾ। ਬਟ ਦਾ ਡਾਈਸ ਵਰ ਲੋਡਿਡ। ਪਰ ਹੁਣ ਗੱਲ ਕੀ ਹੈ, ਦੇਖੋ ਕਿ ਜਿਹੜੇ ਉਹ ਪਾਸੇ ਯੂਜ਼ ਕਰ ਰਿਹਾ, ਡਾਈਸ ਜਿਹੜਾ ਯੁਧਿਸ਼ਟਰ ਯੂਜ਼ ਕਰ ਰਿਹਾ ਪਾਸੇ, ਉਹ ਲੋਡਿਡ ਨੇ। ਲੋਡਿਡ ਦੇ ਉੱਪਰ 2 ਪਾਇਆ ਹੋਇਆ। ਤਾਂ ਇਹ ਤੁਹਾਡੇ ਉਹਦੇ ਚ ਆਏ ਹੋਏ ਆ ਜਿਹੜੇ ਵਰਡਸ, ਨੀਚੇ ਵੀ ਸ਼ਾਇਦ ਲਿਖੇ ਹੋਏ ਆ, ਮੈਂ ਆ ਦੇਖੋ, ਆ 2 ਨੰਬਰ ਨੀਚੇ ਲਿਖਿਆ, ਸਮਥਿੰਗ ਹੈਡ ਬੀਨ ਸੋ ਡਨ to the dice that they always favor Duryodhan. The dice had been made heavier at one side or were tempered with। ਤਾਂ ਜਿਹੜੇ ਯੁਧਿਸ਼ਟਰ ਬੇਟਾ ਡਾਈਸ ਯੂਜ਼ ਕਰ ਰਿਹਾ ਸੀ ਨਾ, ਪਾਸੇ ਯੂਜ਼ ਕਰ ਰਿਹਾ ਸੀ, ਉਹ ਸ਼ਕੁਨੀ ਨੇ ਕਪਟ ਦੇ ਨਾਲ, ਚਤੁਰਾਈ ਦੇ ਨਾਲ ਸਪੈਸ਼ਲੀ ਤਿਆਰ ਕਰਵਾਏ ਸੀਗੇ। ਇੱਕ ਪਾਸਾ ਉਹਨਾਂ ਦਾ ਹੈਵੀ ਸੀ ਡਾਈਸ ਦਾ, ਦੂਜਾ ਪਾਸਾ ਮਤਲਬ ਲਾਈਟ ਸੀਗਾ। ਤਾਂ ਉਹਦੇ ਨਾਲ ਹੁੰਦਾ ਕੀ ਸੀ ਕਿ ਲਾਈਟ ਵਾਲੇ ਪਾਸੇ ਦੇ ਜਿਹੜੇ ਟਿਮਕਣੇ ਸੀਗੇ ਉਹ ਹਮੇਸ਼ਾ ਉੱਪਰ ਰਹਿੰਦੇ ਸੀਗੇ, ਹੈਵੀ ਵਾਲਾ ਪਾਸਾ ਥੱਲੇ ਰਹਿ ਜਾਂਦਾ ਸੀਗਾ। ਉਸ ਕਰਕੇ ਤਾਂ ਸ਼ਕੁਨੀ ਉਹਨੂੰ ਜਿੱਤਣ ਨਹੀਂ ਸੀ ਦੇ ਰਿਹਾ। ਤਾਂ ਮਤਲਬ ਜਿਹੜੇ ਪਾਸਿਆਂ 'ਚ ਵੀ ਹੇਰਾਫੇਰੀ ਕਰੀ ਹੋਈ ਸੀ ਸ਼ਕੁਨੀ ਨੇ। ਤਾਂ ਇੱਥੇ ਇਹੀ ਲਿਖਿਆ ਹੋਇਆ ਹੈ ਕਿ ਜਿਹੜੇ ਡਾਈ ਸੀਗੇ ਉਹ ਲੋਡਿਡ ਸੀਗੇ। ਲੋਡਿਡ ਦਾ ਮਤਲਬ ਉਹਨੂੰ ਟੈਂਪਰਿੰਗ ਕੀਤੀ ਗਈ ਸੀਗੀ। ਡਾਈਸ ਜਿਹੜੇ ਸੀਗੇ ਲੋਡਿਡ ਸੀਗੇ ਜੀ, ਮਤਲਬ ਕਿ ਉਹ ਬੜੇ ਹੀ ਕਪਟੀ ਤਰੀਕੇ ਦੇ ਨਾਲ ਬਣਾਏ ਗਏ ਸੀ। ਐਂਡ ਦੇ ਫੈਲਾ 3 ਐਂਡ ਆ 1। ਤੇ ਕੀ ਆਇਆ 3 ਐਂਡ 1। ਇਹ ਯੁਧਿਸ਼ਟਰ ਦੀ ਸੀਗੀ। ਤਾਂ ਟੋਟਲ ਕਿੰਨੇ ਬਣੇ 4। ਜਿੱਤਿਆ ਫਿਰ ਕੌਣ, ਸ਼ਕੁਨੀ। ਇਹਦਾ ਮਤਲਬ ਫਿਰ ਹਾਰ ਗਿਆ ਯੁਧਿਸ਼ਟਰ। ਤਾਂ ਯੁਧਿਸ਼ਟਰ ਨੇ ਜਿਹੜੇ 1000 ਜਾਰ ਲਾਏ ਸੀ ਗੋਲਡ ਦੇ, ਉਹ ਵੀ ਗਏ। ਤਾਂ ਸੈਕਿੰਡ ਦੇ ਵਿੱਚ ਵੀ ਆਪਾਂ ਬੇਟਾ ਦੇਖ ਲੈਂਦੇ ਆ ਕਿ ਕੀ ਆ ਰਿਹਾ ਹੈ ਇਸ ਦੀ ਉਹਦੇ ਚ ਗਲੋਸਰੀ ਚ। ਤਾਂ ਦੇਖੋ, ਤਾਂ ਸੈਕਿੰਡ ਦੇ ਵਿੱਚ ਆ ਲੋਡਿਡ ਆਇਆ, ਐਡਜੈਕਟਿਵ ਹੈ ਇਹ ਟੈਂਪਰਡ ਵਿਦ। ਟੈਂਪਰਡ ਵਿਦ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਦੋਂ ਡਾਈਸ ਦੇ ਇਸ ਤਰੀਕੇ ਨਾਲ ਬਣਾਏ ਹੁੰਦੇ ਨੇ ਕਿ ਉਹ ਉਹਨਾਂ ਤੇ ਟੈਂਪਰਿੰਗ ਕੀਤੀ ਗਈ ਹੁੰਦੀ ਹੈ। ਕੋਈ ਟੈਂਪਰਿੰਗ ਦਾ ਮਤਲਬ ਕਿ ਉਸ ਨੂੰ ਖਾਸ ਤਰੀਕੇ ਨਾਲ ਬਣਾਏ ਹੁੰਦੇ ਨੇ, ਆਮ ਨਹੀਂ ਬਣੇ ਹੁੰਦੇ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਟੈਂਪਰਡ ਵਿਦ ਜਾਂ ਲੋਡਿਡ। ਜਿਹੜੇ ਪਾਸੇ ਸੀਗੇ ਉਹ ਸਹੀ ਨਹੀਂ ਸੀਗੇ ਉਹਦੇ। ਇਸ ਤਰੀਕੇ ਨਾਲ ਬੇਟਾ ਨਾਲ ਨਾਲ ਤੁਸੀਂ ਆਪਣੀ ਜਿਹੜੀ ਵੋਕੈਬਲਰੀ ਹੈ ਉਹ ਵੀ ਸਮਝਦੇ ਜਾਣਾ। ਹੁਣ ਆਪਾਂ ਥਰਡ ਪੈਰਾ ਕਰਦੇ ਹਾਂ ਜੀ। This is trickery, I am sure, said Yudhishthir। ਕਹਿੰਦੇ ਇਹ ਸਾਰੀ ਚਾਲਬਾਜ਼ੀ ਹੈ। ਟ੍ਰਿਕਰੀ, ਚਾਲਬਾਜ਼ੀ, ਚਾਲਬਾਜ਼ੀ। ਹੁਣ ਦੇਖੋ ਥੋੜਾ ਥੋੜਾ ਯੁਧਿਸ਼ਟਰ ਨੂੰ ਪਤਾ ਲੱਗਣ ਜਾ ਰਿਹਾ ਹੈ ਕਿ ਮੈਂ ਹਮੇਸ਼ਾ ਜਦ ਸਿੱਟਦਾ ਮੇਰੇ ਨੰਬਰ ਘੱਟ ਹੀ ਆ ਰਹੇ ਨੇ। ਤਾਂ ਉਹ ਕਹਿੰਦਾ ਹੈ ਕਿ ਚਾਲਬਾਜ਼ੀ ਹੈ, ਮੈਨੂੰ ਪੱਕਾ ਯਕੀਨ ਹੈ। ਹੁਣ ਯੁਧਿਸ਼ਟਰ ਇਹ ਕਹਿੰਦਾ ਐਂਡ ਹੀ ਪਿਕਡ ਅਪ ਦਾ ਡਾਈਸ ਐਂਡ ਲੁਕਡ ਐਟ them closely। ਤਾਂ ਉਹ ਡਾਈਸ ਨੂੰ ਚੱਕਦਾ ਹੈ, ਪਿਕਡ ਅਪ ਦਾ ਮਤਲਬ ਚੱਕਦਾ, ਉਠਾਉਂਦਾ ਹੈ, ਅਤੇ ਉਹਨਾਂ ਨੂੰ ਕਲੋਜ਼ਲੀ, ਬੜੀ ਨੇੜੇ ਤੋਂ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਹੀ ਕੁਡ ਫਾਈਂਡ ਨਥਿੰਗ ਰੋਂਗ ਫॉर they were very skillfully made। ਉਸ ਨੂੰ ਕੁਝ ਵੀ ਰੋਂਗ ਨਹੀਂ ਦਿਖਦਾ। ਹੀ ਕੁਡ ਫਾਈਂਡ ਨਥਿੰਗ ਰੋਂਗ, ਰੋਂਗ ਦਾ ਮਤਲਬ ਗਲਤ ਕੁਝ ਵੀ ਨਹੀਂ ਦਿਖਦਾ, ਕਿਉਂਕਿ ਫॉर ਇੱਥੇ ਮਤਲਬ ਦਾ ਮਤਲਬ ਹੈ ਕਿਉਂਕਿ, ਕਿਉਂਕਿ ਦੇ ਇੱਥੇ ਦੇ ਦਾ ਮਤਲਬ ਡਾਈਸ ਨੂੰ ਕਿਹਾ ਗਿਆ। ਜਿਹੜੇ ਡਾਈਸ ਸੀਗੇ ਬਹੁਤ ਹੀ ਕਲਾਕਾਰੀ ਨਾਲ, ਸਕਿਲਫੁਲੀ, ਬੜੀ ਹੀ ਕਲਾਕਾਰੀ ਦੇ ਨਾਲ ਬਣਾਏ ਗਏ ਸੀ ਕਿ ਉਹਨੂੰ ਚੱਕ ਕੇ ਵੀ ਪਤਾ ਨਹੀਂ ਚੱਲਦਾ ਕਿ ਡਾਈਸ ਟੈਂਪਰਡ ਹੋਏ ਹੋਏ ਨੇ, ਲੋਡਿਡ ਨਹੀਂ ਹੈ। Since you do not trust us, sneered ਸ਼ਕੁਨੀ। ਹੁਣ ਸ਼ਕੁਨੀ ਬੋਲਦਾ ਹੈ, ਉਹਨੂੰ ਐ ਕਰ, ਹੁਣ ਸ਼ਕੁਨੀ ਜਦ ਦੇਖਦਾ ਕਿ ਉਹ ਬੜੇ ਧਿਆਨ ਨਾਲ ਪਾਸੇ ਦੇਖ ਰਿਹਾ ਹੈ, ਤਾਂ ਸ਼ਕੁਨੀ ਥੋੜਾ ਜਿਹਾ ਉਸਨੂੰ ਮਜ਼ਾਕ ਕਰਦਾ ਹੈ ਨਾ। ਸਨੀਅਰ ਦਾ ਮਤਲਬ ਹੁੰਦਾ ਬੇਟਾ, ਦੇਖੋ ਇੱਕ ਤਾਂ ਹੁੰਦਾ ਨਾ ਫਨ, ਹੈ ਨਾ, ਫਨ ਦਾ ਮਤਲਬ ਹੁੰਦਾ ਮਜ਼ਾਕ ਕਰਨਾ। ਸਨੀਅਰ ਸ਼ਬਦ ਨਾ ਥੋੜਾ ਜਿਹਾ ਫਨ ਨਾਲੋਂ ਡਿਫਰੈਂਟ ਹੁੰਦਾ। ਆਪਾਂ ਜਦੋਂ ਕਿਸੇ ਨਾਲ ਕੋਝਾ ਮਜ਼ਾਕ ਕਰਦੇ ਹਾਂ, ਪੰਜਾਬੀ ਚ ਆਪਾਂ ਉਹਨੂੰ ਕੋਝਾ ਮਜ਼ਾਕ ਕਹਿੰਦੇ ਨੇ। ਇੱਕ ਤਾਂ ਹੁੰਦਾ ਮਜ਼ਾਕ, ਇੱਕ ਲਾ ਕੇ ਮਜ਼ਾਕ ਕਰਨਾ, ਹੈ ਨਾ, ਤਾਂ ਉਸ ਨੂੰ ਆਪਾਂ ਸਨੀਅਰ ਕਹਿੰਦੇ ਹਾਂ। ਤਾਂ ਸ਼ਕੁਨੀ ਉਸ ਨਾਲ ਕੋਝਾ ਜਿਹਾ ਮਜ਼ਾਕ ਕਰਦਾ, ਕਹਿੰਦਾ ਤੂੰ ਸਾਡੇ ਤੇ ਭਰੋਸਾ ਨਹੀਂ ਕਰਦਾ,
ਬ੍ਰਿੰਗ ਅਦਰ ਡਾਈਸ, ਹੋਰ ਕੋਈ ਡਾਈਸ ਲਿਆ। ਹੁਣ ਦੇਖ ਲਾ ਉਹਨੂੰ ਇਸ ਤਰ੍ਹਾਂ ਕਹਿ ਰਿਹਾ ਹੈ ਸ਼ਕੁਨੀ ਵੀ, ਤੈਨੂੰ ਸਾਡੇ ਤੇ ਭਰੋਸਾ ਨਹੀਂ ਤੇ ਤੂੰ ਹੋਰ ਕੋਈ ਡਾਈਸ ਲਿਆ, ਹੋਰ ਪਾਸੇ ਲਿਆ। ਵੀ ਸ਼ੈਲ ਬੀਟ ਯੂ ਵਟ ਐਵਰ ਯੂ ਡੂ, ਕਹਿੰਦੇ ਅਸੀਂ ਤੈਨੂੰ ਹਰਾਵਾਂਗੇ, ਤੂੰ ਜੋ ਮਰਜ਼ੀ ਕਰ ਲੈ। ਤਾਂ ਸ਼ਕੁਨੀ ਐਕਚੁਅਲੀ ਨਾ ਬੜਾ ਹੀ ਚਾਲਬਾਜ਼ ਬੰਦਾ ਸੀਗਾ। ਦੁਰਯੋਧਨ ਥੋੜਾ ਜਿਹਾ ਹੋਰ ਤਰ੍ਹਾਂ ਦਾ ਸੀ। ਦੁਰਯੋਧਨ ਤਾਂ ਗੁੱਸੇ ਗਾਸੇ ਚ ਆ ਕੇ ਬਹੁਤ ਕੁਝ ਬੋਲ ਜਾਂਦਾ ਸੀ, ਦਿਮਾਗ ਤੋਂ ਇਹਨਾਂ ਕੰਮ ਨਹੀਂ ਸੀ ਲੈਂਦਾ। ਸ਼ਕੁਨੀ ਬਹੁਤ ਹੀ ਚਾਲਬਾਜ਼ ਬੰਦਾ ਸੀ। ਉਹ ਸਾਰੇ ਹੀ ਉਹ ਬੰਦੇ ਦੀ ਨਾ ਸਾਈਕੀ ਤੇ ਚੱਲਦਾ ਸੀ, ਦੂਸਰੇ ਬੰਦੇ ਦੀ ਸਾਈਕੀ ਤੇ। ਤਾਂ ਉਹ ਉਹਨੂੰ ਉਕਸਾਉਂਦਾ ਹੁੰਦਾ ਸੀ। ਆਪ ਬੜਾ ਸ਼ਾਂਤ ਰਹਿੰਦਾ ਸੀ ਸ਼ਕੁਨੀ, ਜੇ ਤੁਸੀਂ ਮਹਾਭਾਰਤ ਦੇਖੋ ਜਾਂ ਪੜ੍ਹੋ ਤਾਂ। ਹੁਣ ਦੇਖੋ ਉਹਨੂੰ ਇੱਕ ਤਰ੍ਹਾਂ ਨਾਲ ਉਕਸਾ ਰਿਹਾ ਹੈ, ਕਹਿੰਦਾ ਵੀ ਤੂੰ ਹੋਰ ਲਿਆ ਪਾਸੇ, ਜੇ ਤੈਨੂੰ ਲੱਗਦਾ ਹੈ ਕਿ ਪਾਸੇ ਖਰਾਬ ਨੇ, ਤੈਨੂੰ ਫਿਰ ਵੀ ਅਸੀਂ ਹਰਾ ਕੇ ਦਿਖਾਵਾਂਗੇ। ਤਾਂ ਇਹ ਉਹ ਤੀਸਰੇ ਪੈਰੇ 'ਚ ਕਹਿ ਰਿਹਾ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਇੱਕ ਵਾਰੀ ਫਿਰ ਆਪਾਂ ਬੇਟਾ ਪਹਿਲਾਂ ਦੀ ਦੇਖ ਲੈਂਦੇ ਹਾਂ ਕਿ ਇਸ 'ਚ ਜਿਹੜੇ ਆਏ ਨੇ ਆਪਣੇ ਵਰਡਸ ਹੋਰ ਕਿਹੜੇ ਨੇ। ਤਾਂ ਥਰਡ ਪੈਰੇ ਦੇ ਵਿੱਚ ਦੇਖੋ ਟ੍ਰਿਕਰੀ ਆਇਆ, ਤਾਂ ਡਿਸੈਪਸ਼ਨ, ਚੀਟਿੰਗ, ਉਹੀ ਧੋਖੇਬਾਜ਼ੀ, ਚਾਲਬਾਜ਼ੀ। ਸਨੀਅਰ ਮੈਂ ਤੁਹਾਨੂੰ ਪਹਿਲਾਂ ਦੱਸਤਾ। ਲਾਫ ਸਕੌਨਫੁਲੀ, ਕਿ ਤੁਸੀਂ ਹੱਸਦੇ ਹੋ ਕਿਸੇ ਤੇ ਜਾਂ ਮਜ਼ਾਕ ਕਰਦੇ ਹੋ, ਲੇਕਿਨ ਤੁਸੀਂ ਕੋਝਾ ਜਿਹਾ ਮਜ਼ਾਕ ਕਰਦੇ ਹੋ, ਕੋਝਾ ਜਿਹਾ ਹਾਸਾ ਹੱਸਦੇ ਹੋ, ਤਾਂ ਅਸੀਂ ਉਸ ਨੂੰ ਸਨੀਅਰਡ ਕਹਿੰਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਹੈ ਜੀ। ਤਾਂ ਹੁਣ ਆਪਾਂ ਵਾਪਸ ਆਪਣੇ ਚੈਪਟਰ ਤੇ ਆਨੇ ਆ। ਤਾਂ ਬੇਟਾ ਹੁਣ ਫੋਰਥ ਪੈਰਾ ਆਪਾਂ ਦੇਖਦੇ ਹਾਂ। ਦਾ ਬੋਸਟਫੁਲ ਵਰਡ ਸਟੰਗ ਯੁਧਿਸ਼ਟਰ ਇਨਟੂ ਰੈਕਲੈਸ ਐਂਗਰ। ਹੁਣ ਦੇਖੋ ਸ਼ਕੁਨੀ ਦੀ ਚਾਲ ਕੀ ਸੀ ਕਿ ਯੁਧਿਸ਼ਟਰ ਨੂੰ ਉਹ ਕਰਨਾ, ਥੋੜਾ ਜਿਹਾ ਗੁੱਸੇ 'ਚ ਲਿਆਣਾ ਤਾਂ ਕਿ ਉਹਦੇ ਚਾਲ 'ਚ ਫਸ ਜਾਵੇ। ਤਾਂ ਹੁਣ ਜਿਹੜੀਆਂ ਇਹ ਬੋਸਟਫੁਲ ਵਰਡ ਸੀਗੀਆਂ, ਬੋਸਟਫੁਲ ਸ਼ੇਖੀ ਵਾਲੇ ਸ਼ਬਦ। ਬੋਸਟਫੁਲ ਦਾ ਮਤਲਬ ਹੁੰਦਾ ਬੇਟਾ ਸ਼ੇਖੀ ਵਾਲੇ ਸ਼ਬਦ। ਸ਼ੇਖੀ ਵਾਲੇ ਸ਼ਬਦ ਜਿਹੜੇ ਕਿਹਨੇ ਯੂਜ਼ ਕੀਤੇ ਸੀਗੇ? ਸ਼ਕੁਨੀ ਨੇ, ਕਿ ਤੂੰ ਜਿਹੜੇ ਮਰਜ਼ੀ ਡਾਈਸ ਲਿਆ। ਤਾਂ ਇਹਨਾਂ ਨੇ ਯੁਧਿਸ਼ਟਰ ਨੂੰ ਸਟੰਗ ਕੀਤਾ, ਕੱਟਿਆ। ਮਤਲਬ ਜਦੋਂ ਆਪਾਂ ਨੂੰ ਕੋਈ ਆਪਾਂ ਨੂੰ ਇਦਾਂ ਦੇ ਵਰਡਸ ਬੋਲੇ ਜਿਹੜੇ ਆਪਾਂ ਨੂੰ ਤੀਰ ਵਾਂਗੂ ਲੱਗਣ, ਤਾਂ ਉਹਨੂੰ ਕਹਿੰਦੇ ਨੇ। ਤਾਂ ਫਿਰ ਇਹਦੇ ਨਾਲ ਕੀ ਹੋਇਆ ਕਿ ਯੁਧਿਸ਼ਟਰ ਰੈਕਲੈਸ ਐਂਗਰ 'ਚ ਆ ਗਿਆ। ਰੈਕਲੈਸ ਦਾ ਮਤਲਬ ਬੇਸਬਰਾ ਜਾ ਹੋ ਗਿਆ, ਗੁੱਸੇ 'ਚ ਆ ਗਿਆ ਉਹ। ਡੂ ਯੂ ਡੇਅਰ ਟੂ ਸੇ ਦੈਟ? ਹੁਣ ਦੇਖੋ ਗੁੱਸੇ 'ਚ ਕਹਿ ਰਿਹਾ ਯੁਧਿਸ਼ਟਰ, ਕਹਿੰਦੇ ਤੇਰੀ ਇਹ ਹਿੰਮਤ, ਤੂੰ ਇਹ ਕਹੇ ਕਿ ਤੂੰ ਹੋਰ ਪਾਸੇ ਲਿਆ। ਹੀ ਕ੍ਰਾਈਡ, ਉਹ ਚੀਕਿਆ। ਪਲੇ ਔਨ, ਖੇਡੋ। ਵੀ ਸ਼ੈਲ ਸੀ, ਕਹਿੰਦੇ ਅਸੀਂ ਦੇਖਾਂਗੇ। ਮਤਲਬ ਉਹਦੀ ਚਾਲ 'ਚ ਫਸ ਗਿਆ। ਸ਼ਕੁਨੀ ਨੇ ਹੀ ਕਿਹਾ ਕਿ ਤੈਨੂੰ ਲੱਗਦਾ ਹੈ ਕਿ ਪਾਸੇ ਖਰਾਬ ਨੇ, ਹੋਰ ਪਾਸੇ ਲਿਆ, ਤੈਨੂੰ ਫੇਰ ਅਸੀਂ ਹਰਾ ਕੇ ਦਿਖਾਵਾਂਗੇ। ਹੁਣ ਉਹਦੀਆਂ ਗੱਲਾਂ, ਸ਼ਕੁਨੀ ਇਹੀ ਚਾਹੁੰਦਾ ਸੀ ਕਿ ਯੁਧਿਸ਼ਟਰ ਮੇਰੇ ਜਾਲ 'ਚ ਫਸੇ, ਪਾਸੇ ਇਹੀ ਯੂਜ਼ ਕਰੇ। ਦੁਰਯੋਧਨ ਸਮਾਈਲ। ਹੁਣ ਦੁਰਯੋਧਨ ਜਿਹੜਾ ਉਹ ਹੱਸਦਾ ਹੈ, ਅ ਕਰੂਅਲ ਸਮਾਈਲ ਆਫ ਟ੍ਰਾਇੰਫ। ਤਾਂ ਉਸ ਦੀ ਜਿਹੜੀ ਸਮਾਈਲ ਹੈ ਇੱਕ ਜਿੱਤ ਵਾਲੀ ਸਮਾਈਲ ਹੈ। ਕਰੂਅਲ, ਜ਼ਾਲਿਮ ਸਮਾਈਲ ਹੈ ਉਹਦੀ, ਜਿੱਤ ਵਾਲੀ। ਟ੍ਰਾਇੰਫ ਦਾ ਮਤਲਬ ਹੁੰਦੀ ਹੈ ਬੇਟਾ ਜਿੱਤ। ਹੀ ਐਂਡ ਸ਼ਕੁਨੀ ਹੈਡ ਪਲਾਨ ਟੂ ਰਾਊਜ਼ ਯੁਧਿਸ਼ਟਰਸ ਐਂਗਰ। ਉਸਨੇ ਅਤੇ ਸ਼ਕੁਨੀ ਨੇ ਪਲਾਨ ਕੀਤਾ ਸੀ, ਯੋਜਨਾ ਬਣਾਈ ਸੀ ਕਿ ਯੁਧਿਸ਼ਟਰ ਦੇ ਗੁੱਸੇ ਨੂੰ ਆਪਾਂ ਜਗਾਈਏ। ਰਾਊਜ਼ ਦਾ ਮਤਲਬ ਹੁੰਦਾ ਜਗਾਉਣਾ, ਗੁੱਸਾ ਜਗਾਉਣਾ, ਕਿ ਆਪਾਂ ਇਹਨੂੰ ਗੁੱਸੇ 'ਚ ਲਿਆਈਏ। ਕਿਉਂਕਿ ਯੁਧਿਸ਼ਟਰ ਜਦੋਂ ਬੰਦਾ ਬੇਟਾ ਗੁੱਸੇ 'ਚ ਆ ਜਾਂਦਾ ਨਾ, ਤਾਂ ਉਹਦੀ ਅਕਲ ਅੱਧੀ ਕੀ 25% ਵੀ ਨਹੀਂ ਰਹਿੰਦੀ। ਯੁਧਿਸ਼ਟਰ ਜਦੋਂ ਸ਼ਾਂਤ ਹੁੰਦਾ ਹੈ, ਪੂਰੇ ਮਹਾਭਾਰਤ 'ਚ ਜਦੋਂ ਵੀ ਉਹ ਸ਼ਾਂਤ ਹੁੰਦਾ ਹੈ, ਬਹੁਤ ਅੱਛੇ ਡਿਸੀਜ਼ਨ ਲੈਂਦਾ ਹੈ, ਬਹੁਤ ਅੱਛੀ ਅਕਲ ਤੋਂ ਕੰਮ ਕਰ ਲੈਂਦਾ ਹੈ। ਜਦੋਂ ਵੀ ਉਹ ਗੁੱਸੇ 'ਚ ਆਇਆ ਹੈ ਤਾਂ ਉਸ ਤੋਂ ਡਿਸੀਜ਼ਨ ਅੱਛੇ ਨਹੀਂ ਲਏ ਗਏ। ਤਾਂ ਇਹਨਾਂ ਦਾ ਕੰਮ ਇਹੀ ਸੀਗਾ, ਦੋਨਾਂ ਜਣਿਆਂ ਦਾ, ਸ਼ਕੁਨੀ ਤੇ ਦੁਰਯੋਧਨ ਦਾ, ਕਿ ਆਪਾਂ ਯੁਧਿਸ਼ਟਰ ਨੂੰ ਗੁੱਸੇ 'ਚ ਲਿਆਈਏ ਵੱਧ ਤੋਂ ਵੱਧ, ਤਾਂ ਕਿ ਉਹ ਅਕਲ ਤੋਂ ਕੰਮ ਹੀ ਨਾ ਲਵੇ, ਹੋਸ਼ ਤੋਂ ਕੰਮ ਹੀ ਨਾ ਲਵੇ, ਤੇ ਉਹਦੇ 'ਚ ਸਫਲ ਹੋਵਗੇ। Because they knew that when he was angry he would grow reckless and obstinate and his ruin would be easy। ਦੇਖੋ ਇਹੀ ਗੱਲ ਲਿਖੀ ਹੋਈ ਹੈ, ਕਿਉਂਕਿ ਉਹ ਜਾਣਦੇ ਸੀ ਕਿ ਜਦੋਂ ਗੁੱਸੇ 'ਚ ਹੈ ਤਾਂ ਉਹ ਬੇਸਬਰਾ ਹੋ ਜੂ, grow reckless, ਬੇਸਬਰਾ ਹੋ ਜੂ, ਅਤੇ obstinate ਦਾ ਮਤਲਬ ਜ਼ਿੱਦੀ, ਜਿਹਨੂੰ ਆਪਾਂ ਜ਼ਿੱਦੀ, ਸਟਬਨ ਕਹਿੰਦੇ ਇੰਗਲਿਸ਼ 'ਚ, ਤਾਂ obstinate ਹੋ ਜਾਊਗਾ। ਅਤੇ ਉਹ ਉਸਦਾ ਜਿਹੜੀ ਤਬਾਹੀ ਹੋਊਗੀ, ਹਿਜ਼ ਰੂਇਨ,
वुड बी वेरी ईजी, फिर बहुत ईजी हो जू, क्योंकि फिर वो अपनी अकल तो ਤਾਂ ਕੰਮ ਲੈ नहीं रहा, सोझी ਤਾਂ चली गई ਉਹਦੀ, ਬੇਸਬਰਾ ਹੋ ਜੂ ਤਾਂ ਫਿਰ ਆਪਾਂ ਉਹਨੂੰ ਤਬਾਹ ਕਰ ਸਕਦੇ ਹਾਂ। ਸ਼ਕੁਨੀ ਡਿਡ ਨਾਟ ਸਮਾਈਲ, ਹੁਣ ਦੇਖੋ ਇੱਥੇ ਸ਼ਕੁਨੀ ਸਮਾਈਲ ਨਹੀਂ ਕਰ ਰਿਹਾ, ਉਹ ਨਹੀਂ ਹੱਸ ਰਿਹਾ, ਦੁਰਯੋਧਨ ਹੱਸ ਰਿਹਾ, ਕਿਉਂਕਿ ਦੁਰਯੋਧਨ ਨੂੰ ਲੱਗਦਾ ਹੈ ਕਿ ਮੇਰੇ ਜਾਲ 'ਚ ਯੁਧਿਸ਼ਟਰ ਫਸ ਰਿਹਾ ਹੈ, ਸ਼ਕੁਨੀ ਨਹੀਂ ਹੱਸ ਰਿਹਾ। he knew that he could beat ਯੁਧਿਸ਼ਟਰ with his magic dice at every throw, ਹੁਣ ਉਹਨੂੰ ਪਤਾ ਹੈ ਕਿ ਉਹ ਯੁਧਿਸ਼ਟਰ ਨੂੰ ਹਰਾ ਸਕਦਾ ਹੈ ਆਪਣੇ ਮੈਜਿਕ ਡਾਈਸ ਨਾਲ, ਉਹ ਆਪਣੇ ਜਿਹੜੇ ਡਾਈਸ ਜਿਹੜੇ ਉਹਨੇ ਪਾਸੇ ਬਣਾਏ ਨੇ ਉਹ ਜਾਦੂ ਵਾਲੇ ਪਾਸੇ ਕਹਿ ਰਿਹਾ ਉਹਨਾਂ ਨੂੰ ਕਿ ਉਹਦੇ ਜਿਹੜੇ ਮੈਜਿਕ ਡਾਈਸ ਨੇ ਉਹ ਜਦੋਂ ਵੀ ਉਹ ਥਰੋ ਕਰੂਗਾ ਯੁਧਿਸ਼ਟਰ ਨੇ ਹਾਰਨਾ ਹੀ ਹਾਰਨਾ ਹੈ। ਸੋ ਹੀ ਆਨਸਰਡ ਇਨ ਅ ਕੋਲਡ ਕਾਮ ਵੌਇਸ, ਇਸ ਕਰਕੇ ਉਹ ਇੱਕ ਬਹੁਤ ਹੀ ਠੰਡੀ ਜੀ ਸ਼ਾਂ ਦੀ ਆਵਾਜ਼ 'ਚ ਆਨਸਰ ਦਿੰਦਾ ਹੈ, ਇਨ ਅ ਵੇ ਦੈਟ ਮੇਡ ਯੁਧਿਸ਼ਟਰ ਸਟਿਲ ਮੋਰ ਐਂਗਰੀ, ਜਿਸ ਦੇ ਨਾਲ ਯੁਧਿਸ਼ਟਰ ਹੋਰ ਜ਼ਿਆਦਾ ਗੁੱਸੇ 'ਚ ਆ ਜਾਂਦਾ ਹੈ। ਕੀ ਕਹਿੰਦਾ ਉਹ ਬੜੇ ਪਿਆਰ ਜੇ ਨਾਲ, ਹੈ ਨਾ, ਬੜੇ ਸ਼ਾਂਤ ਜੇ ਹੋ ਕੇ, ਉਹਨੂੰ ਕਪਟੀ ਬੰਦੇ ਐਂ ਹੀ ਕਰਦੇ ਨੇ, ਕਪਟੀ ਬੰਦੇ ਐਂ ਹੀ ਕਰਦੇ ਨੇ, ਮਿੱਠੇ ਜੇ ਬਣ ਕੇ ਗੱਲਾਂ ਜੀਆਂ ਕਰ ਜਾਂਦੇ ਨੇ, ਤੇ ਬਾਕੀ ਜਿਹੜੇ ਮੂਰਖ ਲੋਕ ਹੁੰਦੇ ਨੇ ਉਹ ਉਵੇਂ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਨੇ। ਤਾਂ ਹੁਣ ਇਹੀ ਕੰਮ ਕਰ ਰਿਹਾ ਹੈ ਸ਼ਕੁਨੀ, ਤੇ ਉਹਨੇ ਕੀ ਕਿਹਾ, ਬੜਾ ਕਾਮ ਜੀ ਆਵਾਜ਼, ਬੜੀ ਸ਼ਾਨ ਦੀ ਆਵਾਜ਼, ਆ ਟਰੂਲੀ ਗ੍ਰੇਟ ਮੈਨ ਹੀ ਸਨੀਅਰਡ, ਕਹਿੰਦੇ ਤੂੰ ਤਾਂ ਇੱਕ ਬਹੁਤ ਹੀ ਮਹਾਨ ਆਦਮੀ ਹੈ, ਸੱਚਾ ਬੰਦਾ ਹੈ। ਟਰੂਲੀ ਗ੍ਰੇਟ ਮੈਨ ਹੀ ਸਨੀਅਰਡ, ਸਨੀਅਰਡ ਉਹੀ ਸ਼ਬਦ ਮਜ਼ਾਕ ਕਰਕੇ, ਹਾਸਾ ਜਾ ਕਰਕੇ, ਕੋਝਾ ਜਾ ਹਾਸਾ ਜਾ ਕਰਕੇ ਕਹਿ ਰਿਹਾ ਹੈ। ਡਜ਼ ਨੋਟ ਲੂਜ਼ ਹਿਸ ਟੈਂਪਰ ਬਿਕੋਜ਼ ਹੀ ਇਜ਼ ਬੈਟਰ ਐਟ ਪਲੇ, ਤੇ ਕਹਿੰਦੇ ਵੀ ਤੂੰ ਟਰੂਲੀ ਗ੍ਰੇਟ ਮੈਨ ਡਜ਼ ਨੋਟ ਲੂਜ਼ ਹਿਸ ਟੈਂਪਰ, ਕਿ ਇੱਕ ਜਿਹੜਾ ਵਧੀਆ ਬੰਦਾ ਹੁੰਦਾ ਹੈ ਉਹ ਆਪਣਾ ਟੈਂਪਰ ਲੂਜ਼ ਨਹੀਂ ਕਰਦਾ, ਉਹ ਗੁੱਸੇ 'ਚ ਨਹੀਂ ਆਉਂਦਾ, ਕਿਉਂਕਿ ਉਹ ਪਲੇ ਦੇ ਵਿੱਚ ਹਾਰਿਆ ਜਾ ਰਿਹਾ ਹੈ। ਉਹ ਇਹ ਗੱਲਾਂ ਕਿਹਨੂੰ ਕਹਿ ਰਹੇ ਹੈ, ਯੁਧਿਸ਼ਟਰ ਨੂੰ ਕਹਿ ਰਹੇ ਹੈ। ਸੱਚ ਕੰਡਕਟ ਇਜ਼ ਅਨਵਰਦੀ ਆਫ ਯੂ, ਕਹਿੰਦੇ ਐਦਾਂ ਦਾ ਜਿਹੜਾ ਤੇਰਾ ਵਿਹਾਰ ਹੈ, ਜੋ ਤੂੰ ਵਿਵਹਾਰ ਸਾਨੂੰ ਦਿਖਾ ਰਹੇ ਹੈ, ਇਹ ਤੇਰੇ ਤੇ ਸ਼ੋਭਾ ਨਹੀਂ ਦਿੰਦਾ। ਅਨਵਰਦੀ, ਅਨਵਰਦੀ ਮਤਲਬ ਤੇਰੇ ਤੇ ਜੱਚਦਾ ਨਹੀਂ ਹੈ, ਇਹ ਜਚਣਾ ਹੈ ਨਾ, ਆਪਾਂ ਪੰਜਾਬੀ 'ਚ ਕਹਿੰਦੇ ਹਾਂ ਵੀ ਤੇਰੇ ਤੇ ਸ਼ੋਭਾ ਨਹੀਂ ਦਿੰਦਾ ਇਹ ਇਦਾਂ ਦਾ ਵਿਵਹਾਰ, ਤੂੰ ਐਵੇਂ ਬੋਲ ਰਹੇ ਹੈ, ਐਵੇਂ ਉੱਚੀ ਉੱਚੀ, ਹੈ ਨਾ। ਗ੍ਰੇਟ ਸਨ ਆਫ ਪਾਂਡੂ, ਤੂੰ ਤਾਂ ਕਹਿੰਦੇ ਪਾਂਡੂ ਦਾ ਮਹਾਨ ਪੁੱਤਰ ਹੈ। ਹੁਣ ਇੱਥੇ ਪਾਂਡੂ ਕੌਣ ਹੈ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਬੇਟਾ ਕਿ ਪਾਂਡੂ ਤੇ ਧ੍ਰਿਤਰਾਸ਼ਟਰ ਇਹ ਦੋਵੇਂ ਭਰਾ ਸੀਗੇ। ਪਾਂਡੂ ਪਹਿਲਾਂ ਰਾਜਾ ਸੀਗਾ ਹਸਤਿਨਾਪੁਰ ਦਾ, ਪਾਂਡੂ ਵੱਡਾ ਵੀ ਸੀਗਾ, ਲੇਕਿਨ ਪਾਂਡੂ ਦੀ ਡੈਥ ਤੋਂ ਬਾਅਦ ਧ੍ਰਿਤਰਾਸ਼ਟਰ ਨੂੰ ਰਾਜਪਾਟ ਦਿੱਤਾ ਗਿਆ ਸੀ, ਤੇ ਧ੍ਰਿਤਰਾਸ਼ਟਰ ਅੰਨਾ ਸੀਗਾ, ਬਲਾਈਂਡ ਕਿੰਗ ਸੀਗਾ ਇਹ, ਤੇ ਉਸ ਤੋਂ ਬਾਅਦ ਫਿਰ ਸਾਰੀ ਸਟੋਰੀ ਚੱਲੀ ਹੈ। ਕਹਿੰਦੇ ਤੂੰ ਤਾਂ ਪਾਂਡੂ ਦਾ ਮਹਾਨ ਪੁੱਤਰ ਹੈ। ਦੇਖੋ ਉਹਨੂੰ ਇਹ ਗੱਲਾਂ ਕਹਿ ਰਿਹਾ ਹੈ ਦੁਰਯੋਧਨ, ਸੌਰੀ ਸ਼ਕੁਨੀ ਕਹਿ ਰਿਹਾ ਧ੍ਰਿਤਰਾਸ਼ਟਰ ਨੂੰ। ਤਾਂ ਫਿਰ ਉਹ ਕੀ ਕਹਿੰਦਾ ਜੀ, 5th ਪੈਰੇ 'ਚ 5 ਕਰ ਲੈਣੇ ਕਿ ਆਈ ਵਿਲ ਟੀਚ ਯੂ ਮੈਨਰਸ ਐਟ ਦਾ ਪ੍ਰੋਪਰ ਟਾਈਮ, ਚੀਟਿੰਗ ਰੋਗ ਆਨਸਰ ਯੁਧਿਸ਼ਟਰ ਫਿਊਰੀਅਸਲੀ। ਤਾਂ ਉਹੀ ਗੱਲ ਦੇਖੋ, ਯੁਧਿਸ਼ਟਰ ਨੂੰ ਉਹ ਗੁੱਸੇ 'ਚ ਲਿਆਉਣਾ ਚਾਹੁੰਦੇ ਨੇ, ਉਹ ਆ ਰਿਹਾ ਹੈ ਉਹਨਾਂ ਦੀ ਚਾਲ 'ਚ ਹੀ ਫਸ ਰਿਹਾ ਹੈ। ਤਾਂ ਯੁਧਿਸ਼ਟਰ ਫਿਊਰੀਅਸਲੀ ਮਤਲਬ ਗੁੱਸੇ ਦੇ ਨਾਲ ਆਨਸਰ ਦਿੰਦਾ ਹੈ ਕਿ ਮੈਂ ਤੈਨੂੰ ਪ੍ਰੋਪਰ ਮੈਨਰ ਸਿਖਾਊਂਗਾ, ਸਹੀ ਸਮੇਂ ਦੇ ਉੱਪਰ ਮੈਨਰ ਸਿਖਾਊਂਗਾ। ਇੱਥੇ ਦੇਖੋ ਕੀ ਕਹਿ ਰਿਹਾ ਸੀਗਾ ਕਿ ਤੂੰ ਇੱਕ ਸੱਚਾ ਬੰਦਾ ਹੈ, ਵੱਡਾ ਬੰਦਾ ਹੈ, ਤੂੰ ਇਸ ਤਰ੍ਹਾਂ ਨਾ ਕਰ, ਤੂੰ ਜੇ ਹਾਰ ਰਿਹਾ ਤਾਂ ਹੁਣ ਐਂ ਕਿਉਂ ਬੋਲ ਰਹੇ ਹੈ ਨਾ। ਤਾਂ ਹੁਣ ਬਦਲੇ 'ਚ ਯੁਧਿਸ਼ਟਰ ਕੀ ਕਹਿੰਦਾ ਉਹਨੂੰ, ਸ਼ਕੁਨੀ ਨੂੰ, ਕਿ ਸਹੀ ਸਮੇਂ ਤੇ ਮੈਂ ਤੈਨੂੰ ਪ੍ਰੋਪਰ ਮੈਨਰ ਸਿਖਾਊਂਗਾ। ਚੀਟਿੰਗ ਰੋਗ, ਤੂੰ ਧੋਖੇਬਾਜ਼, ਰੋਗ ਦਾ ਮਤਲਬ ਬਦਮਾਸ਼ ਨੂੰ ਕਿਹਾ ਜਾਂਦਾ, ਧੋਖੇਬਾਜ਼ ਨੂੰ ਕਿਹਾ ਜਾਂਦਾ। To the play I stake my splendid car of gold drawn by 8 horses, white as moonlight, swift as the wind. ਹੁਣ ਕਹਿੰਦਾ ਮੈਂ ਕੀ ਕਰਦਾ, ਕਹਿੰਦਾ I stake, ਕਹਿੰਦਾ ਮੈਂ ਦਾਅ ਤੇ ਲਾਨਾ ਮੇਰੀ ਸ਼ਾਨਦਾਰ, ਸਪਲੈਂਡਿਡ ਦਾ ਮਤਲਬ ਹੁੰਦਾ ਬੇਟਾ ਸ਼ਾਨਦਾਰ, ਮੇਰੀ ਸ਼ਾਨਦਾਰ ਬੱਗੀ, ਇੱਥੇ ਕਾਰ ਦਾ ਮਤਲਬ ਕਾਰ ਨਾ ਲੈ ਲਓ ਜਿਹੜੀ ਅੱਜ ਕੱਲ ਕਾਰ ਚੱਲਦੀ ਹੈ ਮੋਟਰ ਕਾਰ, ਉਹਨਾਂ ਦਿਨਾਂ ਦੇ ਵਿੱਚ ਨਹੀਂ ਚੱਲਦੀਆਂ ਸੀ, ਇੱਥੇ ਕਾਰ ਦਾ ਮਤਲਬ ਬੱਗੀ ਹੈ। ਕਹਿੰਦੇ ਮੇਰੀ ਇੱਕ ਬੱਗੀ ਹੈ ਗੋਲਡ ਦੀ, ਸੋਨੇ ਦੀ ਬੱਗੀ ਹੈ, ਜਿਸਨੂੰ ਕਿ 8 ਘੋੜੇ ਹੱਕਦੇ ਆ, 8 horses, ਜਿਸਨੂੰ ਕਿ 8 ਘੋੜੇ ਚਲਾਉਂਦੇ ਆ। ਤੇ ਉਹ ਘੋੜੇ ਕਿਵੇਂ ਹੈ, ਵਾਈਟ ਨੇ ਐਜ਼ ਮੂਨਲਾਈਟ, ਜਿਵੇਂ ਚੰਨ ਦੀ ਚਾਨਣੀ ਹੁੰਦੀ ਹੈ, ਇੰਨੇ ਵਾਈਟ ਨੇ ਉਹ ਘੋੜੇ, ਅਤੇ ਸਵਿਫਟ ਐਜ਼ ਦਾ ਵਿੰਡ, ਅਤੇ ਹਵਾ ਦੇ ਵਾਂਗੂ ਤੇਜ਼ ਨੇ। ਤਾਂ ਹਵਾ ਦੇ ਵਾਂਗੂ ਤੇਜ਼, ਮੂਨਲਾਈਟ ਵਾਂਗੂ ਚਿੱਟੇ 8 ਘੋੜਿਆਂ ਦੀ ਬੱਗੀ ਗੋਲਡ ਦੀ ਬਣੀ ਹੋਈ ਮੈਂ ਦਾਅ ਤੇ ਲਾਣਾ। ਤਾਂ ਹੁਣ ਉਹ ਦੇਖੋ ਇਹ ਇੰਨੀਆਂ ਚੀਜ਼ਾਂ ਦਾਅ ਤੇ ਲਾ ਰਿਹਾ ਹੈ।